ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਲੈਕਚਰ ਦੇ ਨਾਲ ਤੁਹਾਨੂੰ PDF ਵੀ ਭੇਜੀ ਜਾ ਰਹੀ ਹੈ। ਪਹਿਲਾਂ PDF ਦੇ ਵਿੱਚੋਂ ਦੇਖ ਕੇ ਕਾਪੀ 'ਚ ਨੋਟ ਕਰ ਲੈਣਾ ਹੈ, ਉਸ ਤੋਂ ਬਾਅਦ ਵੀਡੀਓ ਲੈਕਚਰ ਦੇਖ ਕੇ ਨਾਲ ਸਮਝਣਾ ਹੈ। ਚਲੋ ਅੱਜ ਦਾ ਆਪਾਂ ਟੌਪਿਕ ਸ਼ੁਰੂ ਕਰਦੇ ਹੈਗੇ ਹਾਂ। ਐਨਾਲਿਸਿਸ ਦਾ 5D ਐਕਸਰਸਾਈਜ਼ ਸੀ, 5th ਚੈਪਟਰ ਦਾ ਲਾਸਟ ਟੌਪਿਕ ਆ ਸਰਫੇਸ ਇੰਟੈਗਰਲ। ਦੋ ਟੌਪਿਕ ਨੇ ਜਿਹੜੇ ਆਪਾਂ ਐਕਸਟਰਾ ਕੀਤੇ ਨੇ ਪਿਛਲੇ ਸਮੈਸਟਰ 'ਚ। ਇੱਕ ਡਬਲ ਇੰਟੈਗਰਲ ਸੀਗਾ, ਇੱਕ ਟ੍ਰਿਪਲ ਇੰਟੈਗਰਲ ਸੀ। ਟ੍ਰਿਪਲ ਇੰਟੈਗਰਲ ਨੂੰ ਆਪਾਂ ਵੋਲੀਅਮ ਇੰਟੈਗਰਲ ਕਿਹਾ ਸੀਗਾ, ਉਹ ਵੀ ਥੋੜ੍ਹਾ ਜਿਹਾ ਆਪਾਂ ਪੁਰਾਣਾ ਕੰਮ ਹੈ ਇਹ ਦੇਖਣਾ ਹੈਗਾ। ਇੱਕ ਡਬਲ ਇੰਟੈਗਰਲ ਸੀ, ਇੱਕ ਟ੍ਰਿਪਲ ਇੰਟੈਗਰਲ ਸੀ ਜੋ ਲਾਸਟ ਸਮੈਸਟਰ ਦੇ ਵਿੱਚ ਪੜ੍ਹੇ ਸੀਗੇ। ਇਸ ਵਾਰੀ ਆਪਾਂ ਨੇ ਇੱਕ ਸਿੰਪਲ ਲਾਈਨ ਇੰਟੈਗਰਲ ਕੀਤਾ। ਹੁਣ ਆਪਾਂ ਨੇ ਸਰਫੇਸ ਇੰਟੈਗਰਲ ਕਰਨਾ ਟੌਪਿਕ, ਉਹ ਕਰਾਂਗੇ। ਉਹ ਡਬਲ ਇੰਟੈਗਰਲ ਹੀ ਹੁੰਦਾ, ਥੋੜ੍ਹਾ ਫਰਕ ਆ। ਚਲੋ ਜੋ ਸਰਫੇਸ ਇੰਟੈਗਰਲ ਕਰਾਂਗੇ ਆਪਾਂ ਤਾਂ ਓਵਰਆਲ 4 ਤਰ੍ਹਾਂ ਦੇ ਇੰਟੈਗਰਲ ਹੋ ਗਏ: ਡਬਲ, ਟ੍ਰਿਪਲ, ਲਾਈਨ ਅਤੇ ਸਰਫੇਸ। ਅਤੇ ਜੇ ਚਾਰੇ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਏ ਅਤੇ ਆਪਾਂ ਨੂੰ ਆਉਂਦੇ ਹੈਗੇ ਨੇ ਤਾਂ ਨੈਕਸਟ ਚੈਪਟਰ ਇਹਨਾਂ ਉੱਪਰ ਬੇਸਡ ਆ। ਨੈਕਸਟ ਚੈਪਟਰ ਤਾਂ ਨਾਲ ਦੀ ਨਾਲ ਹੋ ਜਾਏਗਾ ਜਿਹੜਾ ਇੰਪੋਰਟੈਂਟ ਆ, ਗ੍ਰੀਨ ਗੌਸ ਡਾਇਵਰਜੈਂਸ ਥਿਊਰਮ ਵਾਲਾ ਟੌਪਿਕ, ਉਹ ਇਹਨਾਂ ਚਾਰਾਂ ਉੱਪਰ ਬੇਸਡ ਆ। ਬਸ ਉਹ ਸਿੰਪਲ ਕੁਐਸਚਨ ਸੋਲਵ ਕਰਨੇ ਨੇ। ਚਲੋ ਇਹਦੇ 'ਚ ਥੋੜ੍ਹਾ ਸਰਫੇਸ ਇੰਟੈਗਰਲ ਟੌਪਿਕ ਜਿਹੜਾ ਹੈਗਾ ਉਹ ਧਿਆਨ ਨਾਲ ਸਮਝਣਾ ਹੈਗਾ। ਵੋਲੀਅਮ ਇੰਟੈਗਰਲ ਤਾਂ ਪੁਰਾਣਾ ਹੀ ਹੈ, ਥੋੜ੍ਹਾ ਤੇਜ਼ ਕਰ ਲਵਾਂਗੇ। ਇਹਦੇ ਉੱਪਰ ਮੇਨ ਫੋਕਸ ਕਰਨਾ ਸਰਫੇਸ ਇੰਟੈਗਰਲ ਕੀ ਹੁੰਦਾ ਹੈਗਾ। ਚਲੋ ਫਾਈ ਇਕੁਅਲ ਟੂ ਕੁਛ ਕੰਸੈਪਟ ਨੇ ਜਿਹੜੇ ਪਹਿਲਾਂ ਪੜ੍ਹੇ ਹੋਏ ਨੇ, ਜਿਵੇਂ ਫਾਈ ਇਕੁਅਲ ਟੂ 0 ਕੋਈ ਵੀ ਸਰਫੇਸ ਆ ਤਾਂ ਨਾਰਮਲ ਟੂ ਦੀ ਸਰਫੇਸ ਪਹਿਲਾਂ ਪਿਛਲੇ ਐਕਸਰਸਾਈਜ਼ 'ਚ ਕੀਤਾ ਹੋਇਆ ਆਪਾਂ ਨੇ। ਇਹ ਹੁੰਦਾ ਸੀਗਾ ਗ੍ਰੇਡੀਅੰਟ ਆਫ ਸਰਫੇਸ, ਇਹ ਪਹਿਲਾਂ ਆ ਚੁੱਕਿਆ ਆਪਣੇ ਕੋਲ ਪਿਛਲੀ ਐਕਸਰਸਾਈਜ਼ ਦੇ ਵਿੱਚ। ਅਤੇ ਯੂਨਿਟ ਨਾਰਮਲ ਵੈਕਟਰ ਹੁੰਦਾ ਵੈਕਟਰ ਅਪੋਨ ਇਟਸ ਮੈਗਨੀਟਿਊਡ। ਇਹ ਲੋੜ ਪੈਣੀ ਆਪਾਂ ਨੂੰ ਐਨ ਕੈਪ ਦੀ, ਇਹਨੂੰ ਐਨ ਕੈਪ ਕਹਿੰਦੇ ਆਪਾਂ, ਐਨ ਕੈਪ। ਇੱਕ ਹੋਰ ਫਾਰਮੂਲਾ ਇਹਦੇ ਵਿੱਚ ਜਿਹੜਾ DS ਇਸ ਸਰਫੇਸ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹ ਵਿਦਆਊਟ ਪ੍ਰੂਫ ਹੀ ਯਾਦ ਰੱਖਣੇ ਨੇ ਆਪਾਂ ਨੇ। ਜਿਹੜਾ DS ਵੈਕਟਰ ਹੁੰਦਾ ਹੈਗਾ ਉਹ dx dy ਅਪੋਨ n ਡਾਟ k ਦਾ ਮੋਡ, ਅਤੇ dy ਅਪੋਨ dy ਇੰਟੂ dz ਅਪੋਨ n ਡਾਟ i ਦਾ ਮੋਡ, dx dz ਅਪੋਨ n ਡਾਟ j ਦਾ ਮੋਡ। ਇਹ ds ਕਿਸੇ 'ਚ ਕਨਵਰਟ ਕਰਨਾ ਹੈਗਾ। ਇਹ ਸਰਫੇਸ ਦੇਖਾਂਗੇ ਆਪਾਂ, ਜਾਂ XY 'ਚ ਕਨਵਰਟ ਕਰਨਾ ਤੁਸੀਂ, ਜਾਂ YZ 'ਚ ਕਨਵਰਟ ਕਰਨਾ, ਜਾਂ XZ 'ਚ ਕਰਨਾ ਕਨਵਰਟ ਆਪਾਂ ਨੇ। ਇਹ ਆਪਣੇ ਕੋਲ ਡਿਪੈਂਡ ਕਰੇਗਾ। ਇਹ ਵੈਸੇ ਫਾਰਮੂਲਾ ਯਾਦ ਕਿਵੇਂ ਕਰਨਾ। ਇਹ ਆਪਾਂ ਨੂੰ ਪਤਾ ਕਿ X ਵਾਸਤੇ I ਕੈਪ ਹੁੰਦਾ, Y ਵਾਸਤੇ J ਕੈਪ ਹੁੰਦਾ ਯੂਨਿਟ ਵੈਕਟਰ, Z ਵਾਸਤੇ K ਕੈਪ ਹੁੰਦਾ। ਇਹਨੂੰ ਐਂ ਯਾਦ ਕਰ ਲੈਣਾ ਹੈਗਾ। ਜੇ dx dy ਲਵਾਂਗੇ, ਜੇ ਆਹ ਦੋ ਲਵਾਂਗੇ ਤਾਂ ਯੂਨਿਟ ਵੈਕਟਰ ਇਹ ਲੈਣਾ। ਜੇ dy dz ਲਵਾਂਗੇ ਤਾਂ dy dz ਲਵਾਂਗੇ ਤਾਂ ਯੂਨਿਟ ਵੈਕਟਰ ਆਪਾਂ I ਕੈਪ ਲਵਾਂਗੇ, ਮਤਲਬ n ਡਾਟ I ਕੈਪ ਹੋਊਗਾ। ਜੇ dx dz ਲਵਾਂਗੇ ਤਾਂ ਯੂਨਿਟ ਵੈਕਟਰ ਆਪਾਂ j ਕੈਪ, ਮਤਲਬ n ਡਾਟ j ਦਾ ਮੋਡੂਲਸ ਆ ਜਾਏਗਾ। ਚਲੋ ਇਹ ਫਾਰਮੂਲੇ ਯਾਦ ਰੱਖਣੇ, ਬਾਕੀ ਕੁਐਸਚਨ ਕਰਦੇ ਹੈਗੇ ਸਮਝ ਆ ਜਾਏਗਾ। ਇਹ ਕੁਐਸਚਨ ਪਹਿਲਾਂ ਕਰਵਾ ਰਹੇ ਹਾਂ ਥੋੜ੍ਹਾ ਜਿਹਾ, ਇਹ ਸਿੰਪਲ ਕੁਐਸਚਨ ਆ 5D ਐਕਸਰਸਾਈਜ਼ ਆ। ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ, ਅੱਗੇ ਵੀ ਆਊਗਾ ਜੀ ਸੇਮ ਇਹਦੇ ਨਾਲ ਦਾ ਕੁਐਸਚਨ ਚੈਪਟਰ 6 ਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਨੇ। ਕੁਐਸਚਨ ਪਹਿਲਾ ਕਰਨਾ ਹੈਗਾ। ਕੁਐਸਚਨ ਪਹਿਲਾ ਹੈ ਕਿ ਆਪਣੇ ਕੋਲ ਚਲੋ ਦਿੱਤਾ ਹੈ ਕਿ ਐਫ ਵੈਕਟਰ ਦਿੱਤਾ ਹੈ, ਆਪਾਂ ਨੇ ਸਰਫੇਸ ਇੰਟੈਗਰਲ ਫਾਈਂਡ ਕਰਨਾ ਹੈ। ਸਰਫੇਸ ਜਿਹੜਾ ਹੁੰਦਾ ਡਬਲ ਇੰਟੈਗਰਲ ਲੈਣਾ ਆਪਾਂ ਸਰਫੇਸ ਦੇ ਵਾਸਤੇ। ਸਰਫੇਸ ਹੁੰਦਾ ਕੀ ਹੈਗਾ ਆਪਾਂ ਅੱਗੇ ਦੇਖਦੇ ਹਾਂ। ਚਲੋ ਇਹ ਚੀਜ਼ ਆਪਾਂ ਫਾਈਂਡ ਕਰਨੀ ਹੈਗੀ ਹੈ ਐਫ ਡਾਟ ਐਨ ਕੈਪ। ਜਿਹੜਾ ਐਨ ਕੈਪ ਹੈਗਾ ਇਹ ਯੂਨਿਟ ਵੈਕਟਰ ਆ, ਆਊਟਵਰਡ ਨਾਰਮਲ ਆ, ਆਊਟਵਰਡ ਨਾਰਮਲ, ਇਹ ਐਨ ਕੈਪ ਹੋਊਗਾ। ਜੋ DS ਹੋਊਗਾ ਜੋ ਦਿੱਤਾ ਹੈ ਆਪਾਂ ਨੂੰ। ਇਹ ਗੱਲ ਇੰਪੋਰਟੈਂਟ ਹੈ। ਸਰਫੇਸ ਜਿਹੜਾ ਹੈਗਾ ਕਿਊਬ ਦਾ ਸਰਫੇਸ ਆ, ਬਾਉਂਡਡ ਬਾਏ x ਇਕੁਅਲ ਟੂ 0, x ਇਕੁਅਲ ਟੂ 2, y ਇਕੁਅਲ ਟੂ 0, y। ਇਹ 6 ਫੇਸਿਸ ਨਾਲ ਕਿਊਬ ਬਣਾਇਆ ਹੈਗਾ, ਅਤੇ ਆਪਾਂ ਨੂੰ ਪਤਾ ਕਿ ਇਹਨਾਂ ਦਾ ਕਿਊਬ ਬਣਦਾ ਹੁੰਦਾ। ਇਹ 3 ਡਾਇਮੈਂਸ਼ਨ 'ਚ ਆਪਾਂ ਫਿਗਰ ਦੇਖ ਸਕਦੇ ਹਾਂ, ਫਿਗਰ ਬਣੀ ਹੋਈ ਹੈ। ਇਹ
ਇਹ ਫਿਗਰ ਦੇ ਵਿੱਚ ਜਿਹੜਾ ਐਕਸ, ਇਹ ਐਕਸ ਐਕਸਿਸ ਹੋ ਗਈ, ਇਹ ਵਾਈ ਐਕਸਿਸ ਹੋ ਗਈ, ਇਹ ਜ਼ੈਡ ਐਕਸਿਸ ਹੋ ਗਈ। ਅਤੇ ਇਹ ਤੁਹਾਨੂੰ ਧਿਆਨ ਦੇ ਵਿੱਚ ਉਹ ਜਿਹੜਾ ਐਕਸ ਇਕੁਅਲ ਟੂ 0 ਹੁੰਦਾ ਫੇਸ, ਐਕਸ ਇਕੁਅਲ ਟੂ 0 ਵਾਈ ਜ਼ੈਡ ਪਲੇਨ ਹੁੰਦਾ। ਤਾਂ ਮੈਂ ਇਹਦੇ 'ਚ ਬਣਾ ਰਿਹਾ ਹੈਗਾ, ਥੋੜ੍ਹਾ ਦੇਖ ਲਿਓ। ਇਹ ਐਕਸ ਇਕੁਅਲ ਟੂ 0 ਵਾਈ ਜ਼ੈਡ ਪਲੇਨ ਦੇ ਵਿੱਚ, ਇਹ ਐਕਸ ਇਕੁਅਲ ਟੂ 0 ਬਣਾਇਆ ਜੀ ਆਪਾਂ ਨੇ। ਅਤੇ ਇਹ ਐਕਸ ਇਕੁਅਲ ਟੂ 2 ਆ, 2 ਤੋਂ ਸਟਾਰਟ ਕਰਨਾ। ਇਹ ਹੋ ਗਿਆ। ਹੁਣ ਵਾਈ ਇਕੁਅਲ ਟੂ 0, ਵਾਈ ਇਕੁਅਲ ਟੂ 0 ਇੱਥੇ ਹੋਊਗਾ, ਇਹ ਵਾਈ ਇਕੁਅਲ ਟੂ 0 ਅਤੇ ਵਾਈ ਇਕੁਅਲ ਟੂ ਆਹ ਪਲੇਨ, ਅਤੇ ਜ਼ੈਡ ਇਕੁਅਲ ਟੂ 0 ਐਕਸ ਵਾਈ ਪਲੇਨ, ਅਤੇ ਜ਼ੈਡ ਇਕੁਅਲ ਟੂ ਆਹ ਪਲੇਨ। ਇਹ ਚਾਰੇ ਪਲੇਨ 6 ਦੇ 6 ਪਲੇਨ ਆਪਾਂ ਨੇ ਡਰਾ ਕਰਕੇ ਕਿਊ ਫਿਗਰ ਬਣ ਗਈ। ਹੁਣ ਸਰਫੇਸ ਕੀ ਹੈਗਾ, ਇਹਨਾਂ ਦੀ ਬਾਉਂਡਰੀ, ਇਹ ਸਰਫੇਸ ਹੁੰਦਾ, ਇਹ ਸਰਫੇਸ ਆ। ਵੋਲੀਅਮ ਹੁੰਦਾ ਇਹਦੇ ਵਿੱਚ ਕਿੰਨੀ ਕਪੈਸਿਟੀ ਆ, ਇਹਦੇ ਵਿੱਚ ਸਪੇਸ ਕਿੰਨੀ ਆ, ਉਹ ਵੋਲੀਅਮ ਹੁੰਦਾ। ਅਤੇ ਸਰਫੇਸ ਬਾਉਂਡਰੀ ਨੂੰ ਕਹਿੰਦੇ ਆ। ਤਾਂ ਗੌਰ ਨਾਲ ਦੇਖ ਸਕਦੇ ਹਾਂ ਕਿ ਸਰਫੇਸ ਦੇ ਵਿੱਚ ਓਵਰਆਲ 6 ਫੇਸਿਸ ਨੇ, ਇਹਦੇ 6 ਫੇਸਿਸ ਬਣੇ ਹੋਏ ਨੇ ਸਰਫੇਸ ਦੇ ਵਿੱਚ। ਜੇ 6 ਫੇਸਿਸ ਬਣੇ ਹੋਏ ਨੇ ਤਾਂ ਆਪਾਂ ਦੇਖ ਸਕਦੇ ਹਾਂ ਇਹਦੇ ਫੇਸਿਸ ਦੇ ਨਾਮ ਪਾਤੇ। ਜਿਹੜਾ ਓ ਸੀ ਡੀ ਈ ਆਹ ਫੇਸ ਸੀਗਾ ਪਿੱਛੇ ਵਾਲਾ, ਓ ਸੀ ਡੀ ਈ, ਓ ਸੀ ਡੀ ਈ। ਦੂਜਾ ਐਕਸ ਇਕੁਅਲ ਟੂ ਇਹ ਅੱਗੇ ਵਾਲਾ ਫੇਸ ਹੋ ਗਿਆ। ਇਹ ਸਾਰੇ ਫੇਸ ਦੇ ਤਾਂ ਨਾਮ ਪਾ ਲਏ। ਹੁਣ ਸਰਫੇਸ ਇੰਟੈਗਰਲ ਫਾਈਂਡ ਕਰਨਾ ਆਪਾਂ ਨੇ, ਤਾਂ ਸਰਫੇਸ ਇੰਟੈਗਰਲ ਦੇਖਣਾ। ਸਰਫੇਸ 6 ਸਰਫੇਸ ਨੇ, ਇਹ 6 ਸਰਫੇਸ ਦੇ ਉੱਪਰ ਆਪਾਂ ਸਰਫੇਸ ਇੰਟੈਗਰਲ ਫਾਈਂਡ ਕਰਾਂਗੇ। ਜਿਵੇਂ ਤੁਹਾਨੂੰ ਧਿਆਨ ਦੇ ਵਿੱਚ ਹੋਵੇ, ਆਪਾਂ ਲਾਈਨ ਇੰਟੈਗਰਲ ਦੇ ਕੁਐਸਚਨ ਕੀਤੇ ਸੀਗੇ ਇੱਦਾਂ ਕਰਕੇ, ਟਰਾਇੰਗਲ ਸੀਗਾ ਤਾਂ ਇਹਦੇ ਵਾਸਤੇ ਲੱਗ ਕੱਢਿਆ ਸੀ, ਇਹਦੇ ਵਾਸਤੇ C1 C2 C3 ਐਡ ਕੀਤਾ ਸੀ। ਲਾਈਨ ਇੰਟੈਗਰਲ ਪਿੱਛੇ ਐਕਸਰਸਾਈਜ਼ ਕੀਤਾ ਆਪਾਂ ਨੇ। ਉਹ ਮੈਂ ਜਿੰਨੇ ਸਰਫੇਸ ਹੋਣਗੇ ਉਹ ਸਾਰੇ ਸਰਫੇਸ ਦੇ ਅਕੋਰਡਿੰਗ ਇਕੱਲਾ ਕੱਢੀ ਜਾਵਾਂਗੇ, ਸਾਰੇ ਐਡ ਕਰਾਂਗੇ। ਹੁਣ ਇੱਕ ਗੱਲ ਇੰਪੋਰਟੈਂਟ ਹੈ ਇਹਦੇ ਵਿੱਚ ਕਿ ਇਹ ਇੱਕ ਇੰਟੈਗਰਲ ਕਿਵੇਂ, ਇੱਕ ਸਮਝ ਆ ਗਿਆ ਟੌਪਿਕ ਤਕਰੀਬਨ ਸਾਰਾ ਸਮਝ ਆ ਜਾਏਗਾ। ਸੋ ਦੇਖਣਾ ਆਪਾਂ ਨੇ ਸਰਫੇਸ ਤਾਂ ਉਹੀ ਪਾਏ ਨੇ ਸਾਰੇ, 6 ਦੇ 6 ਸਰਫੇਸ ਪਾਤੇ, ਤੁਸੀਂ ਦੇਖ ਲਿਓ। ਇਹ ਥੋੜ੍ਹਾ ਟੌਪਿਕ ਲੰਬਾ ਇਸ ਕਰਕੇ ਮੈਂ ਸਮਝਾਉਣਾ ਹੈਗਾ। ਇਹ ਥੋੜ੍ਹੀ ਫਿਗਰ ਵੀ ਤੁਹਾਨੂੰ ਸਮਝਾ ਦੇਵਾਂ ਕਿ ਥੋੜ੍ਹਾ ਇਹ ਕਿਊਬ ਹੈ ਕਿਵੇਂ, ਨਾ ਤੁਹਾਨੂੰ ਥੋੜ੍ਹੀ ਵਿਜ਼ੂਲਾਈਜੇਸ਼ਨ ਦਿਖਾਉਣੀ ਹੈਗੀ ਹੈ, ਉਹ ਨਾ ਦੇਖ ਲਿਓ। ਨਾ ਸਰਫੇਸ ਆ, ਸ਼ਾਇਦ ਹੁਣ ਦੇਖ ਕੇ ਸਮਝ ਆ ਰਿਹਾ ਹੋਵੇ। ਇਹਦੇ ਵਿੱਚ ਇਹ ਸਰਫੇਸ ਨੇ, ਇਹ 6 ਫੇਸ ਨੇ। ਸੋ ਦੇਖੋ ਇਸ ਤੋਂ ਬਾਅਦ ਹੁਣ ਇਹਦੇ ਵਿੱਚ ਇੱਕ ਗੱਲ ਮੇਨ ਇੰਪੋਰਟੈਂਟ ਆ ਕਿ ਆਪਾਂ ਨੇ ਇੱਕ ਕੱਢਣਾ ਕਿਵੇਂ ਆ ਇਹ। ਸੋ ਦੇਖੋ ਧਿਆਨ ਨਾਲ, ਇਹਦੇ ਵਿੱਚ ਕਰਨਾ ਕੀ ਆਪਾਂ ਨੇ, ਇਹਦੇ ਵਿੱਚ ਪਹਿਲਾਂ ਆਪਾਂ ਨੇ ਸਰਫੇਸ ਲਿਆ ਓ ਸੀ ਡੀ ਈ, ਪਹਿਲੇ ਸਰਫੇਸ ਬਾਰੇ ਸੋਲਵ ਕਰ ਰਹੇ। ਇੱਕ ਸਮਝ ਆ ਗਿਆ, ਟੌਪਿਕ ਸਮਝ ਆ ਜਾਏਗਾ, ਧਿਆਨ ਨਾਲ ਦੇਖ ਲਿਓ, ਸੁਣ ਲਿਓ। ਪਹਿਲਾਂ ਤਾਂ ਆਪਾਂ ਨੂੰ ਇਹ ਇਕੁਏਸ਼ਨ ਦੀ, ਇਹ ਸਰਫੇਸ ਦੀ ਇਕੁਏਸ਼ਨ ਚਾਹੀਦੀ ਹੈ। ਸਰਫੇਸ ਦੀ ਇਕੁਏਸ਼ਨ ਤੋਂ ਦਿੱਤੀ ਹੋਈ ਹੈ ਆਪਾਂ ਨੂੰ, ਐਕਸ ਇਕੁਅਲ ਟੂ 0 ਆ। ਉਸ ਤੋਂ ਬਾਅਦ ਹੁਣ ਇਹ ਫਾਰਮੂਲਾ ਹੈ ਕੀ ਹੈ, ਗੌਰ ਨਾਲ ਦੇਖੀਏ ਆਪਾਂ। ਇਹਦੇ ਵਿੱਚ ਆਪਾਂ ਨੂੰ ਇੱਕ ਤਾਂ ਐਫ ਚਾਹੀਦਾ, ਐਫ ਤਾਂ ਚਲੋ ਗਿਵਨ ਆ, ਐਫ ਤਾਂ ਹਮੇਸ਼ਾ ਗਿਵਨ ਹੀ ਹੋਊਗਾ। ਇੱਕ ਚਾਹੀਦਾ ਆਪਾਂ ਨੂੰ ਐਨ ਕੈਪ। ਹੁਣ ਐਨ ਕੈਪ ਕਿਵੇਂ ਕੱਢਣਾ, ਐਨ ਕੈਪ ਜਿਹੜਾ ਹੋਊਗਾ ਇਹ ਹੁੰਦਾ ਆਊਟਵਰਡ ਨੋਰਮਲ, ਆਊਟਵਰਡ ਐਨ ਕੈਪ ਹੋਊਗਾ ਆਪਣੇ ਕੋਲ, ਆਊਟਵਰਡ ਨੋਰਮਲ ਟੂ ਸਰਫੇਸ। ਹੁਣ ਇਹ 'ਚ ਤਰੀਕਾ ਕਿਹਾ ਸੀ ਆਪਾਂ ਨੇ ਕਿ ਐਨ ਕੈਪ ਕੱਢਣਾ ਕਿਵੇਂ ਆ, ਜੇ ਸਰਫੇਸ ਦਾ ਗ੍ਰੇਡੀਐਂਟ ਕੱਢ ਲਓ, ਗ੍ਰੇਡੀਐਂਟ ਪੁਆਇੰਟਸ ਮੈਗਨੀਟਿਊਡ ਲੈ ਕੇ ਆਪਣਾ ਆਨਸਰ ਆ ਜਾਊਗਾ। ਪਰ ਇਸ ਕੇਸ ਸਿੱਧਾ ਹੋ ਜਾਊਗਾ, ਗ੍ਰੇਡੀਐਂਟ ਲੋਡ ਨਹੀਂ ਕੱਢਣਾ। ਸਿੱਧਾ ਕਿਵੇਂ ਹੋਊਗਾ ਉਹ ਦੇਖੋ, ਜਿਵੇਂ ਸਰਫੇਸ ਇਹ ਸੀ, ਆਊਟਵਰਡ ਇਹ ਬਾਹਰ ਨੂੰ ਹੋਊਗਾ ਪਿਛਲੇ ਪਾਸੇ, ਸਰਫੇਸ ਤੋਂ ਬਾਹਰ ਆਊਟਵਰਡ ਹੋ ਗਿਆ ਬਾਹਰਲੇ ਪਾਸੇ, ਇਹਦੇ ਪਰਪੈਂਡੀਕੂਲਰ, ਨੋਰਮਲ ਪਰਪੈਂਡੀਕੂਲਰ ਕਹਿੰਦੇ ਆਪਾਂ। ਤਾਂ ਤੁਸੀਂ ਦੇਖ ਸਕਦੇ ਹੈਗੇ ਹੋ, ਜਿਹੜਾ ਇਸ ਸਰਫੇਸ ਦੇ ਆਊਟਵਰਡ ਨੋਰਮਲ ਹੋਊਗਾ, ਇੱਧਰ ਬਣਾ ਰਿਹਾ ਮੈਂ, ਇਹ ਐਕਸ ਤੋਂ ਉਲਟਾ,
ਐਕਸ ਵਾਲੇ ਪਾਸੇ ਹਮੇਸ਼ਾ ਯੂਨਿਟ ਵੈਕਟਰ ਆਈ ਕੈਪ ਹੁੰਦਾ, ਤਾਂ ਡਾਇਰੈਕਸ਼ਨ ਉਲਟ ਗਈ ਤਾਂ ਇੱਧਰਲੇ ਪਾਸੇ ਮਾਈਨਸ ਆਈ ਕੈਪ ਹੋਊਗਾ ਆਊਟਵਰਡ ਨਾਰਮਲ। ਅਦਰਵਾਈਜ਼ ਵੈਸੇ ਜ਼ਿਆਦਾ ਸੌਖਾ ਹੈਗਾ। ਆਊਟਵਰਡ ਨਾਰਮਲ ਆਪਾਂ ਕੱਢ ਲਿਆ ਇਹਦੇ ਵਿੱਚੋਂ, ਇਹ ਮਾਈਨਸ ਆਈ ਕੈਪ ਆ ਗਿਆ। ਐਨ ਕੈਪ ਤਾਂ ਆਪਾਂ ਇੱਦਾਂ ਕੱਢਣਾ, ਸੌਖਾ ਸੀ ਤਾਂ ਇੱਦਾਂ ਕੱਢ ਲਿਆ। ਜੇ ਇੱਦਾਂ ਸਿੱਧਾ ਡਾਇਰੈਕਟ ਨਾ ਨਿਕਲਦਾ ਹੁੰਦਾ ਫਿਰ ਆਪਾਂ ਆਹ ਤਰੀਕਾ ਕਰਾਂਗੇ। ਇਹਦੇ ਨਾਲ ਦੇ ਕੁਐਸਚਨ ਅੱਗੇ ਆਉਣਗੇ, ਅੱਗੇ ਦੇਖਾਂਗੇ ਆਪਾਂ। ਇਸ ਤੋਂ ਬਾਅਦ ਹੁਣ ਜਿਹੜੀ ਮੇਨ ਹੈਗੀ ਇਹਦੇ ਵਿੱਚ ਐਨ ਕੈਪ ਮੇਨ ਹੋਊਗਾ, ਇੱਕ ਡੀ ਐਸ ਹੋਊਗਾ। ਹੁਣ ਡੀ ਐਸ ਆਪਾਂ ਦੇਖਣਾ ਹੈਗਾ ਕਿ ਡੀ ਐਸ ਕਿਵੇਂ ਲੈਣਾ। ਹੁਣ ਡੀ ਐਸ ਦੇ 3 ਫਾਰਮੂਲੇ ਨੇ, ਤੁਸੀਂ ਇਹ ਗੱਲ ਚੈੱਕ ਕਰਨੀ ਹੈ ਇਹਦੇ ਵਿੱਚੋਂ ਕਿ ਡੀ ਐਸ ਇਹਦੇ 'ਚ ਸੌਖਾ ਹੀ ਇਹਦੇ ਵਿੱਚ ਜਿਹੜਾ ਡੀ ਐਸ ਹੈਗਾ ਆਪਣੇ ਕੋਲ ਉਹ ਵਾਈ ਜ਼ੈਡ ਪਲੇਨ ਦੇ ਵਿੱਚ ਆ। ਜਿਹੜੇ ਪਲੇਨ ਦੇ ਵਿੱਚ ਵੈਸੇ ਪ੍ਰੋਜੈਕਸ਼ਨ ਆਊਗਾ, ਪ੍ਰੋਜੈਕਸ਼ਨ ਚਲੋ ਵਰਡ ਆਪਾਂ ਅੱਗੇ ਪੜ੍ਹਾਂਗੇ। ਜਿਹੜੇ ਪਲੇਨ ਦੇ ਵਿੱਚ ਇਹ ਲਾਈ ਕਰਦਾ ਹੋਊਗਾ, ਜਿਵੇਂ ਇਹ ਵਾਈ ਜ਼ੈਡ ਪਲੇਨ 'ਚ ਲਾਈ ਕਰਦਾ, ਤਾਂ ਉਹ ਵਾਲਾ ਫਾਰਮੂਲਾ ਆਪਾਂ ਯੂਜ਼ ਕਰਨਾ। ਜੇ ਐਕਸ ਵਾਈ 'ਚ ਕਰਦਾ ਹੋਊਗਾ ਤਾਂ ਐਕਸ ਵਾਈ ਪਲੇਨ ਨਾਲ ਯੂਜ਼, ਐਕਸ ਵਾਈ ਪਲੇਨ 'ਚ ਕਰਦਾ ਹੋਊਗਾ ਤਾਂ ਇਹ ਯੂਜ਼ ਕਰਨਾ। ਜੇ ਵਾਈ ਜ਼ੈਡ 'ਚ ਹੋਵੇ ਤਾਂ ਆਹ, ਜੇ ਐਕਸ ਜ਼ੈਡ 'ਚ ਕਰਾ ਹੋਊਗਾ ਤਾਂ ਆਹ। ਸੋ ਇਹ ਕੁਐਸਚਨ ਦੇਖ ਲਓ, ਬਾਕੀ ਨੈਕਸਟ ਕੁਐਸਚਨ ਅੱਗੇ ਆਉਣਗੇ ਉਹ 'ਚ ਹੋਰ ਸਮਝ ਆ ਜਾਏਗਾ। ਤਾਂ ਆਹ ਆਪਾਂ ਯੂਜ਼ ਕਰਨਾ। ਇਹਦੇ ਵਿੱਚ ਵਾਈ ਜ਼ੈਡ ਆ ਤਾਂ ਵਾਈ ਜ਼ੈਡ ਵਾਲਾ ਫਾਰਮੂਲਾ ਯੂਜ਼ ਕਰਾਂਗੇ। ਪਿੱਛੇ ਕੀਤਾ ਵਾਈ ਜ਼ੈਡ ਵਾਸਤੇ ਆਪਣੇ ਕੋਲ ਆਈ ਕੈਪ ਲੈਣਾ ਹੁੰਦਾ, ਐਨ ਡਾਟ ਆਈ ਦਾ ਮੋਡ ਲੈਣਾ ਆਪਾਂ ਨੇ। ਐਨ ਡਾਟ ਆਈ ਦਾ ਮੋਡ ਇਹਨਾਂ ਕਰਾਂਗੇ, ਐਨ ਡਾਟ ਆਈ ਕਰਾਂਗੇ, ਇਹ -1 ਆਏਗਾ, -1 ਦਾ ਮੋਡ 1 ਹੋ ਜਾਏਗਾ, ਤਾਂ ਡੀ ਵਾਈ ਟੀ ਜ਼ੈਡ ਆ ਜਾਏਗਾ। ਇਹ ਬਸ ਸਾਰੀ ਵੈਲਿਊਜ਼ ਭਰਨੀ ਆ ਆਪਾਂ ਨੇ। ਵੈਲਿਊਜ਼ ਭਰਨ ਤੋਂ ਬਾਅਦ ਆਹ ਵੈਲਿਊ ਭਰੀ ਆਪਾਂ ਨੇ, ਇਹਦੇ ਵਿੱਚ ਐਨ ਕੈਪ ਦੀ ਵੈਲਿਊ ਭਰਤੀ, ਡੀ ਐਸ ਦੀ ਵੈਲਿਊ ਭਰਤੀ। ਹੁਣ ਤਾਂ ਸਿੰਪਲ ਆ ਥੋੜ੍ਹਾ ਜਿਹਾ ਕਿ ਆਹ ਚੀਜ਼ ਜਿਹੜੀ ਹੈਗੀ ਆ ਐਫ ਡਾਟ ਆਈ ਕੈਪ ਪਤਾ ਆਪਾਂ ਨੂੰ, ਉਹਦੇ ਨਾਲ ਆਪਾਂ ਡਾਟ ਮਾਈਨਸ ਆਈ ਕੈਪ ਕਰ ਲੈਣਾ। ਜੇ ਡਾਟ ਮਾਈਨਸ ਆਈ ਕੈਪ ਕਰਾਂਗੇ ਮਾਈਨਸ ਵਾਈ ਜ਼ੈਡ ਆ ਜਾਏਗਾ। ਇਹ ਤਾਂ ਸੌਖਾ ਹੀ ਆ, ਡੀ ਵਾਈ ਡੀ ਜ਼ੈਡ ਆ ਜਾਏਗਾ। ਲਿਮਟਾਂ ਹੁਣ ਦੇਖ ਲਓ, ਡੀ ਵਾਈ ਡੀ ਜ਼ੈਡ ਆ, ਜੇ ਡੀ ਵਾਈ ਡੀ ਜ਼ੈਡ ਇੱਕ ਲਿਮਿਟ ਵਾਈ ਦੀ ਚਾਹੀਦੀ ਆ ਆਪਾਂ ਨੂੰ, ਇੱਕ ਲਿਮਿਟ ਜ਼ੈਡ ਦੀ ਚਾਹੀਦੀ ਆ ਆਪਾਂ ਨੂੰ। ਅਤੇ ਲਿਮਟਾਂ ਆਪਾਂ ਉਵੇਂ ਲਵਾਂਗੇ, ਇਹ ਤੁਸੀਂ ਦੇਖ ਸਕਦੇ ਹੈਗੇ ਮੇਰੇ ਵਿੱਚੋਂ। ਜਿਹੜਾ ਵਾਈ ਹੈਗਾ ਉਹ 0 ਤੋਂ 2 ਵੇਰੀ ਕਰ ਰਿਹਾ, ਜਿਹੜਾ ਜ਼ੈਡ ਆ ਉਹ ਵੀ 0 ਤੋਂ 2 ਵੇਰੀ ਕਰ ਰਿਹਾ। ਆਹ ਲਿਮਟਾਂ ਲੈਣੀਆਂ, ਡਬਲ ਇੰਟੈਗਰਲ ਦੀ ਲਿਮਟਾਂ ਨਹੀਂ ਜਿਵੇਂ ਪਹਿਲਾਂ ਲੈਂਦੇ ਸੀ ਆਪਾਂ। ਇਹ 'ਚੋਂ ਇਸ ਕੇਸ ਸੌਖਾ ਹੀ ਆ। ਬਾਕੀ ਹੁਣ ਇਹ ਦੇਖ ਲੈਣਾ ਆਪਾਂ ਇਸ ਤੋਂ ਬਾਅਦ ਕਿ ਇਹ ਸਾਰਾ ਕੁਐਸਚਨ ਵਾਈ ਜ਼ੈਡ ਵਿੱਚ ਚਾਹੀਦਾ ਆਪਾਂ ਨੂੰ। ਐਕਸ ਤਾਂ ਡੀ ਐਕਸ ਤਾਂ ਹੈ ਨਹੀਂ, ਤਾਂ ਐਕਸ ਆਪਾਂ ਨੂੰ ਨਹੀਂ ਚਾਹੀਦਾ। ਤਾਂ ਐਕਸ ਦੀ ਵੈਲਿਊ ਆਪਾਂ ਨੇ ਜੋ ਸਟੇਟਮੈਂਟ, ਜੋ ਸਰਫੇਸ ਦੀ ਇਕੁਏਸ਼ਨ ਹੋਏਗੀ, ਜੋ ਸਰਫੇਸ ਦੀ ਇਕੁਏਸ਼ਨ ਹੋਏਗੀ ਇਹਦੇ ਵਿੱਚੋਂ ਵੈਲਿਊ ਕੱਢਣੀ ਹੋਊਗੀ। ਇਹ ਵੇਰੀਏਬਲ ਨੂੰ, ਜਿਹੜਾ ਐਕਸਟਰਾ ਵੇਰੀਏਬਲ ਆ ਉਹਨੂੰ ਖ਼ਤਮ ਕਰਨ ਵਾਸਤੇ। ਤਾਂ ਐਕਸ ਦੀ ਵੈਲਿਊ ਆਪਾਂ ਇਹ 'ਚ ਭਰਤੀ 0, ਇਹ ਸਾਰੇ ਟਰਮ 0 ਹੋ ਗਏ। ਅਗਲਾ ਇੱਕ ਹੋਰ ਦੇਖ ਲੈਂਦੇ ਆਪਾਂ, ਹੋਰ ਸਮਝ ਆ ਜਾਏਗਾ। ਸਾਰੇ 6 ਦੇ 6 ਪਾਰਟ ਆਪਾਂ ਨੇ, ਇਹ ਸਾਰੇ ਇੱਕੋ ਤਰੀਕੇ ਨਾਲ ਹੋਣਗੇ। ਚਲੋ ਇੱਕ ਹੋਰ ਦੇਖ ਲੈਂਦੇ ਆਪਾਂ, ਫਿਰ ਸਮਝ ਆ ਜਾਊਗਾ। ਹੁਣ ਇਹ ਸਰਫੇਸ ਲੈ ਰਹੇ ਹਾਂ ਆਪਾਂ, ਸਰਫੇਸ ਏ ਬੀ ਜੀ ਐਫ। ਏ ਬੀ ਜੀ ਐਫ ਸਰਫੇਸ ਜਿਹੜਾ ਹੈਗਾ ਇਹ ਵਾਲਾ, ਇਹਦੀ ਇਕੁਏਸ਼ਨ ਆਪਾਂ ਲਈ ਹੋਈ ਹੈਗੀ ਹੈ ਐਕਸ ਇਕੁਅਲਸ ਟੂ 2 ਆ। ਤਾਂ ਐਕਸ ਇਕੁਅਲ ਟੂ 2 ਸਰਫੇਸ ਹੋ ਗਿਆ। ਹੁਣ ਐਨ ਕੈਪ ਉੱਪਰ ਜੋੜ ਦੇਣਾ ਅਤੇ ਡੀ ਐਸ ਉੱਪਰ ਜੋੜ ਦੇਣਾ, ਇਹਨਾਂ ਉੱਪਰ ਜੋੜ ਦੇਣਾ ਆਪਾਂ ਫਿਲਹਾਲ ਇਸ ਕੁਐਸਚਨ ਵਾਸਤੇ। ਹੁਣ ਆਊਟਵਰਡ ਬਾਹਰ ਨੂੰ ਲੈਣਾ, ਬਾਹਰਲੇ ਪਾਸੇ, ਸਫੀਅਰ ਤੋਂ ਬਾਹਰਲੇ ਪਾਸੇ ਪਰਪੈਂਡੀਕੂਲਰ। ਤਾਂ ਦੇਖ ਕੇ ਲੱਗ ਰਿਹਾ ਕਿ ਇੱਧਰਲੇ ਪਾਸੇ ਐਕਸ ਅਤੇ ਇੱਧਰਲੇ ਪਾਸੇ ਆਈ ਕੈਪ ਹੋਊਗਾ। ਤਾਂ ਐਨ ਕੈਪ ਇਸ ਕੇਸ ਆਈ ਕੈਪ ਹੋਊਗਾ। ਇਹ ਜੇ ਸੌਖਾ ਨਿਕਲ ਰਿਹਾ, ਅਦਰਵਾਈਜ਼ ਜੇ ਸੌਖਾ ਨਾ ਨਿਕਲੇ ਤਾਂ ਆਪਾਂ ਗ੍ਰੇਡੀਅੰਟ ਵਾਲਾ ਫਾਰਮੂਲਾ ਯੂਜ਼ ਕਰਨਾ ਹੈਗਾ। ਚਲੋ ਹੁਣ ਇਸ ਕੇਸ ਦੇ ਵਿੱਚ ਆਪਾਂ ਦੇਖਣਾ ਹੈਗਾ ਕਿ ਸਰਫੇਸ ਕਿਹਦੇ ਵਿੱਚ ਆ। ਇਹਦੇ ਵਿੱਚ ਆਪਣੇ ਕੋਲ ਐਕਸ ਨਹੀਂ ਚੇਂਜ ਹੋ ਰਿਹਾ, ਐਕਸ ਹਮੇਸ਼ਾ 2 ਹੈ ਇਹਦੇ ਵਿੱਚ। ਜਾਂ ਕਹ ਲਓ ਕਿ ਵਾਈ ਜ਼ੈਡ ਦੇ ਪੈਰਲਲ ਹੈਗਾ, ਤਾਂ ਵਾਈ ਜ਼ੈਡ ਦੇ ਵਿੱਚ ਹੀ ਆਊਗਾ। ਬਾਕੀ ਇਹ ਅੱਗੇ ਕੁਐਸਚਨ ਹੋਰ ਸਮਝ ਆ ਜਾਏਗਾ। ਉਵੇਂ ਆਪਾਂ ਐਨ ਡਾਟ ਆਈ ਕੈਪ ਕਰ ਲਿਆ, ਇਹ ਆਪਣਾ ਡੀ ਵਾਈ ਡੀ ਜ਼ੈਡ ਆ ਗਿਆ। ਇਹ ਐਫ ਡਾਟ ਐਨ ਕੈਪ ਕਰ ਲਿਆ, ਐਨ ਕੈਪ ਆਈ ਕੈਪ ਆ, 4 XY Z ਆ ਜਾਊਗਾ। ਲਿਮਟਾ ਚੈੱਕ ਕਰ ਲਓ, ਲਿਮਟਾ ਦੇਖਾਂਗੇ ਆਪਾਂ ਇਹਦੇ ਵਿੱਚ ਕਿ ਜਿਹੜਾ ਵਾਈ ਹੈਗਾ ਉਹ 0 ਤੋਂ 2 ਵੇਰੀ ਕਰ ਰਿਹਾ, ਜ਼ੈਡ ਵੀ 0 ਤੋਂ 2 ਵੇਰੀ ਕਰ ਰਿਹਾ। ਇਹ ਡਬਲ ਸਿੰਪਲ ਜੀ ਬਣ ਜਾਏਗੀ, ਇਹਨੂੰ ਸੋਲਵ ਕਰ ਲੈਣਾ, ਆਪਣਾ 32 ਆ ਗਿਆ। ਐਂ ਅਗਲਾ ਸਰਫੇਸ ਲਿਆ, ਇਹ ਤੁਸੀਂ ਆਪ ਦੇ ਲਿਓ, ਮੈਂ ਕਿਸੇ ਟੌਪਿਕ ਹੋਰ ਸਮਝਾਉਣਾ ਔਰ ਬਾਜ਼ਾਰ ਟਾਈਮ ਲੱਗੂਗਾ, ਇਸ ਕਰਕੇ ਮੈਂ ਸਿੱਧਾ ਦੇਖ ਰਿਹਾ, ਨਹੀਂ ਤਾਂ ਲੈਕਚਰ ਲੰਬਾ ਹੋ ਜਾਏਗਾ ਆਪਣਾ। ਫਿਰ ਇਹ ਸਾਰੇ ਕੱਢ ਕੇ ਇਹ ਦੇਖ ਲਿਓ, ਸਾਰੇ ਨੋਟਸ ਉਹਨੂੰ ਭੇਜੇ ਹੋਏ ਨੇ, ਉਹ 'ਚੋਂ ਉਤਾਰ ਕੇ ਦੇਖ ਲਿਓ ਸਾਰੇ।
ਇਹ ਸਾਰਿਆਂ ਨੂੰ ਆਪਾਂ ਐਡ ਕਰ ਲੈਣਾ ਹੈਗਾ। ਐਡ ਕਰਕੇ ਜੋ ਆ ਗਿਆ ਉਹ ਆਨਸਰ। ਮੇਨ ਜਿਹੜਾ ਫੋਕਸ ਹੈਗਾ ਸਿਰਫ ਇਹਦੇ ਉੱਪਰ ਆ ਕਿ ਆਪਣੇ ਕੋਲ ਐਨ ਕੈਪ ਕਿਵੇਂ ਲੈਣਾ, ਪਹਿਲੀ ਗੱਲ ਡੀ ਐਸ ਕਿਵੇਂ ਲੈਣਾ ਆਪਾਂ, ਅਤੇ ਇਹ ਸਰਫੇਸ ਦੀ ਇੰਟੀਗ੍ਰੇਸ਼ਨ ਕਿੱਦਾਂ ਲਿਮਟਾਂ ਕਿੱਦਾਂ ਬਣਨਗੀਆਂ। ਇਹਦੇ ਵਾਸਤੇ ਐਗਜ਼ਾਮਪਲ ਲੈ ਰਹੇ ਹਾਂ ਆਪਾਂ, ਹੋਰ ਸਮਝ ਆ ਜਾਏਗਾ। ਚਲੋ ਹੁਣ ਦੂਜਾ ਕੁਐਸਚਨ ਕਰ ਰਹੇ। ਦੂਜਾ ਕੁਐਸਚਨ ਹੈਗਾ ਆਈ ਸਰਫੇਸ ਇੰਟੈਗਰਲ। ਇਹ ਫਾਈਂਡ ਕਰਨਾ ਆਪਾਂ ਨੇ, ਅਤੇ ਐਫ ਦਿੱਤਾ ਹੋਇਆ ਆਪਾਂ ਨੂੰ, ਸਫੀਅਰ ਦਿੱਤਾ ਹੋਇਆ ਹੈਗਾ ਲਾਈਜ਼ ਇਨ ਦਾ ਫਸਟ ਔਕਟੈਂਟ। ਇਹਨਾਂ ਡਾਇਗਰਾਮ ਵੀ ਦਿੱਤੀ ਹੋਈ ਹੈ, ਤੁਹਾਨੂੰ ਲੱਗ ਗਿਆ ਨਾ ਪਤਾ। ਇਹ ਸਫੀਅਰ ਦੇ 8 ਹਿੱਸੇ ਬਣਨਗੇ। ਜਿਹੜਾ ਆਹ ਵਾਲਾ ਹਿੱਸਾ ਹੈਗਾ ਜਿਹੜਾ ਪਹਿਲੇ ਔਕਟੈਂਟ ਵਿੱਚ ਆ ਰਿਹਾ ਹੈਗਾ, ਆਹ ਡਾਇਗਰਾਮ ਬਣੀ ਹੋਈ ਆ, ਇਹ ਸਰਫੇਸ ਐਸ ਆ। ਜਿਹੜਾ ਇਹ ਸਰਫੇਸ ਆ, ਸਰਫੇਸ ਬਾਊਂਡਰੀ ਨੂੰ ਕਹਿੰਦੇ ਹੈਗੇ। ਜਿਹੜਾ ਟੇਢਾ ਸਰਫੇਸ ਆ ਇਹ ਸਰਫੇਸ ਐਸ ਆ ਬਾਹਰ ਨੂੰ, ਇਹ ਸਰਫੇਸ ਐਸ ਆ ਆਪਣੇ ਕੋਲ। ਅਤੇ ਇਹਦੀ ਥੋੜ੍ਹੀ ਜਿਹੀ ਡਾਇਗਰਾਮ ਹੋਰ ਸਮਝਾਉਣ ਵਾਸਤੇ ਥੋੜ੍ਹਾ ਵਿਜ਼ੂਲਾਈਜ਼ੇਸ਼ਨ ਦੇਖ ਲੈਣੇ ਆਪਾਂ ਇਹਦੀ, ਥੋੜ੍ਹਾ ਜਿਹਾ ਉਹ ਦੇਖ ਲਿਓ, ਤੁਹਾਨੂੰ ਕੁਛ ਆਈਡੀਆ ਹੋ ਜਾਊਗਾ। ਆਹ ਸਫੀਅਰ ਦਾ ਪਾਰਟ ਆ ਇੱਕ, ਜਿਹੜਾ ਆਪਾਂ ਫਾਈਂਡ ਕਰਨਾ, ਜਿਹੜਾ ਫਸਟ ਔਕਟੈਂਟ ਦੀ ਆਪਾਂ ਗੱਲ ਕਰ ਰਹੇ। ਇਹ ਪੂਰਾ ਸਫੀਅਰ ਵੀ ਬਣਾ ਸਕਦੇ ਹਾਂ, ਪੂਰਾ ਸਫੀਅਰ ਦੇਖ ਲੈਣਾ, ਫਿਰ ਤੁਹਾਨੂੰ ਕੁਛ ਹੋਰ ਆਈਡੀਆ ਹੋ ਜਾਏਗਾ। ਇਹ ਪੂਰਾ ਸਫੀਅਰ ਇੱਦਾਂ ਸੀ। ਇਹ ਤੇ ਲੱਗ ਰਿਹਾ ਹੋਊਗਾ ਪਤਾ, 4 ਹਿੱਸੇ ਉੱਪਰ ਬਣੇ ਨੇ, 4 ਇਹਦੇ ਹਿੱਸੇ ਨੀਚੇ ਬਣੇ ਹੋਏ ਨੇ। ਤਾਂ ਜਿਹੜਾ ਪਹਿਲੇ ਔਕਟੈਂਟ ਵਾਲਾ ਹੈਗਾ, ਇਹ ਸਰਫੇਸ ਜਿਹੜਾ ਹੈਗਾ ਆਪਣੇ ਕੋਲ ਇਹ ਐਸ ਆ। ਜਿਹੜਾ ਇਹ ਸਰਫੇਸ ਆ ਆਪਣੇ ਕੋਲ ਇਹ ਐਸ ਆ ਜੀ। ਇਹ ਥੋੜ੍ਹਾ ਜਿਹਾ ਆਪਾਂ ਧਿਆਨ ਰੱਖਣਾ ਹੈਗਾ। ਅਤੇ ਇਸ ਸਰਫੇਸ ਵਾਸਤੇ ਆਪਾਂ ਨੇ ਹੁਣ ਥੋੜ੍ਹਾ ਦੇਖਣਾ ਇਹਦੇ ਵਿੱਚੋਂ ਕਿ ਆਪਾਂ ਨੇ ਐਫ ਕੈਪ, ਇਹੀ ਵੈਲਿਊ ਕਿਵੇਂ ਕੱਢਣੀ ਇਹਦੇ ਵਿੱਚੋਂ, ਐਨ ਕੈਪ ਕਿਵੇਂ ਕੱਢਣਾ, ਡੀ ਐਸ ਕਿਵੇਂ ਕੱਢਣਾ, ਅਤੇ ਇੰਟੀਗ੍ਰੇਸ਼ਨ ਲਿਮਟਾਂ ਕਿੱਦਾਂ ਬਣਾਉਣੀਆਂ। ਹੁਣ ਇਹ ਦੇਖ ਲਿਓ ਧਿਆਨ ਨਾਲ। ਹੁਣ ਇਹਦੇ ਵਿੱਚ ਜਿਹੜਾ ਐਨ ਕੈਪ ਆ ਆਪਾਂ ਈਜ਼ਲੀ ਡਿਸਾਈਡ ਨਹੀਂ ਕਰ ਸਕਦੇ ਹੈਗੇ ਕਿ ਇਹਦੇ ਉੱਪਰ ਜਿਹੜਾ ਨੋਰਮਲ ਵੈਕਟਰ ਹੋਊਗਾ ਕਿਸ ਡਾਇਰੈਕਸ਼ਨ 'ਚ, ਕਿੱਧਰ ਮਰਜ਼ੀ ਹੋ ਸਾਰਾ। ਪਿਛਲੇ ਕੁਐਸਚਨ ਦਾ ਡਿਸਾਈਡ ਹੋ ਗਿਆ ਸੀ ਆਪਣੇ ਕੋਲ, ਜਿਹੜਾ ਐਨ ਕੈਪ ਹੋਊਗਾ ਇੱਦਾਂ ਪਰਪੈਂਡੀਕੂਲਰ ਟੂ ਇੱਧਰਲੇ ਪਾਸੇ ਆਈ ਕੈਪ ਹੋਊਗਾ। ਤਾਂ ਇਸ ਕੇਸ ਡਿਸਾਈਡ ਨਹੀਂ ਹੋ ਰਿਹਾ ਆਪਣਾ। ਜੇ ਡਿਸਾਈਡ ਨਹੀਂ ਹੋ ਰਿਹਾ ਹੈਗਾ ਤਾਂ ਆਪਾਂ ਜਿਹੜਾ ਐਨ ਕੈਪ ਆ ਉਹ ਕਰਾਂਗੇ ਜਿਵੇਂ ਪਿੱਛੇ ਫਾਰਮੂਲਾ ਕੀਤਾ ਆਪਾਂ ਨੇ, ਗ੍ਰੇਡੀਅੰਟ ਵਾਲੇ ਫਾਰਮੂਲੇ ਨਾਲ ਆਪਾਂ ਸੋਲਵ ਕਰਾਂਗੇ। ਤਾਂ ਦੇਖੋ ਇਹ 'ਚੋਂ ਗ੍ਰੇਡੀਅੰਟ ਕਿਵੇਂ ਕੱਢਣਾ। ਪਹਿਲਾਂ ਸਰਫੇਸ ਇਕੁਏਸ਼ਨ ਕੀ ਹੈਗੀ ਆ, ਸਫੀਅਰ। ਇਹ ਸਫੀਅਰ ਜਿਹੜਾ ਹੈਗਾ ਆਪਣੇ ਕੋਲ ਇਹ ਫਾਈ ਲੈ ਲਿਆ, ਐਨ ਕੈਪ ਹੋ ਗਿਆ, ਗ੍ਰੇਡੀਅੰਟ ਫਾਈ ਕੱਢ ਲਿਆ ਪਹਿਲਾਂ ਆਪਾਂ, ਇਹ ਸੌਖਾ ਹੀ ਆ। ਅਪੋਨ ਇਟਸ ਮੈਗਨੀਟਿਊਡ ਲੈ ਲਿਆ ਆਪਾਂ ਨੇ, ਇਹ ਵੈਲਿਊ ਆ ਗਈ। ਐਕਸ ਕੇ ਪਲੱਸ ਵਾਈ ਸਕੇਅਰ ਇਕੁਅਲਸ ਟੂ 1 ਸਫੀਅਰ ਵਾਸਤੇ, ਤਾਂ ਇਹੀ ਆਪਣੇ ਕੋਲ ਐਨ ਕੈਪ ਆ ਗਿਆ। ਇਹ ਐਨ ਕੈਪ ਆਪਾਂ ਇੱਦਾਂ ਕੱਢਣਾ ਜਿਹ 'ਚ ਆਪਾਂ ਡਿਸਾਈਡ ਨਾ ਹੁੰਦਾ ਹੋਵੇ। ਉਸ ਤੋਂ ਬਾਅਦ ਐਨ ਕੈਪ ਕੱਢ ਲਿਆ। ਹੁਣ ਆਪਾਂ ਨੇ ਡੀ ਐਸ ਕਿਵੇਂ ਲੈਣਾ, ਇਹ ਗੱਲ ਦੇਖਣੀ ਆ ਧਿਆਨ ਨਾਲ। ਜਿਵੇਂ ਪਿਛਲੇ ਕੁਐਸਚਨ ਵਿੱਚ ਤਾਂ ਇੱਦਾਂ ਕਿਹਾ ਸੀ ਮੋਟਾ ਮੋਟਾ ਰਫ ਜਿਹਾ ਸਟਾਰਟਿੰਗ ਕਰਾਉਣ ਵਾਸਤੇ ਕਿ ਇਹ ਵਾਈ ਜ਼ੈਡ ਵਿੱਚ ਆ, ਤਾਂ ਡੀ ਐਸ ਦਾ ਫਾਰਮੂਲਾ ਆਪਾਂ ਨੇ ਵਾਈ ਜ਼ੈਡ ਵਾਲਾ ਯੂਜ਼ ਕਰ ਲੈਣਾ ਹੈਗਾ। ਜਿਹੜੀ ਆਹ ਚੀਜ਼ ਹੈਗੀ ਆ ਆਪਣੇ ਕੋਲ ਇਹ ਐਕਸ ਜ਼ੈਡ ਪਲੇਨ ਦੇ ਵਿੱਚ ਆ, ਤਾਂ ਆਪਾਂ ਐਕਸ ਜ਼ੈਡ ਵਾਲਾ ਯੂਜ਼ ਕਰ ਲੈਣਾ। ਹੁਣ ਵੈਸੇ ਹੀ ਪ੍ਰੋਪਰ ਤਰੀਕਾ ਹੁੰਦਾ ਕੀ ਹੈਗਾ, ਇਹ 'ਚ ਆਪਾਂ ਪ੍ਰੋਜੈਕਸ਼ਨ ਲੈਣੀ ਹੁੰਦੀ ਹੈ। ਪ੍ਰੋਜੈਕਸ਼ਨ ਸ਼ਾਇਦ ਤੁਹਾਨੂੰ ਧਿਆਨ ਦੇ ਵਿੱਚ ਹੋਵੇ। ਪ੍ਰੋਜੈਕਸ਼ਨ ਪਰਛਾਵੇਂ ਨੂੰ ਹੁੰਦਾ, ਲਾਸਟ ਸਮੈਸਟਰ ਕੀਤਾ ਸੀ ਆਪਾਂ ਨੇ। ਤਾਂ ਇਹ ਦੇਖਣਾ ਕਿ ਜਿਹੜਾ ਆਪਣਾ ਸਰਫੇਸ ਹੈਗਾ, ਜਿਵੇਂ ਆਹ ਸਰਫੇਸ ਆ, ਇਹਦੀ ਪ੍ਰੋਜੈਕਸ਼ਨ ਕਿਹਦੇ ਵਿੱਚ ਲੈ ਰਹੇ ਹਾਂ ਆਪਾਂ। ਜੇ ਤਾਂ ਐਕਸ ਵਾਈ ਪਲੇਨ 'ਚ ਲੈ ਰਹੇ ਹਾਂ, ਐਕਸ ਇਹ ਵਾਈ ਆ, ਇਹ ਜ਼ੈਡ ਆ। ਜਿਹੜਾ ਪਰਛਾਵਾਂ ਐਕਸ ਵਾਈ 'ਚ ਲੈਣਾ ਹੈਗਾ ਤਾਂ ਡੀ ਐਸ ਦਾ ਫਾਰਮੂਲਾ ਲੈਣਾ ਹੈ ਆਪਾਂ ਨੇ ਉਹ ਐਕਸ ਵਾਈ ਵਾਲਾ। ਜੇ ਇਹਦਾ ਪਰਛਾਵਾਂ ਆਪਾਂ ਐਕਸ ਜ਼ੈਡ 'ਚ ਲੈਣਾ ਹੈਗਾ ਤਾਂ ਡੀ ਐਸ ਦਾ ਫਾਰਮੂਲਾ ਆਪਾਂ ਯੂਜ਼ ਕਰਨਾ ਹੈਗਾ ਜੀ ਡੀ ਐਕਸ ਅਤੇ ਡੀ ਜ਼ੈਡ ਵਾਲਾ।
ਉਵੇਂ ਇਹਦੇ ਉੱਪਰ ਵਾਈ ਜ਼ੈਡ ਉੱਪਰ ਲੈਣੀ ਹੈਗੀ ਆ ਤਾਂ dy dz ਵਾਲਾ ਫਾਰਮੂਲਾ ਯੂਜ਼ ਕਰਾਂਗੇ ਆਪਾਂ। ਹੁਣ ਇਹ ਆਪਣੇ ਉੱਪਰ ਡਿਪੈਂਡ ਕਰਦਾ ਹੈਗਾ। ਇਹ ਮੈਂ ਥੋੜ੍ਹਾ ਜਿਹਾ ਜਿਵੇਂ ਵੋਲੀਅਮ ਟੈਕਲ ਕੀਤਾ ਸੀ ਆਪਾਂ ਲਾਸਟ ਸਮੈਸਟਰ ਦੇ ਵਿੱਚ ਪ੍ਰੋਜੈਕਸ਼ਨ ਲਈ ਸੀ, ਉੱਦਾਂ ਹੀ ਕੁਛ ਹੈ ਇਹਦੇ ਵਿੱਚ ਵੀ। ਮਤਲਬ ਇਹਦੇ 'ਚ ਪ੍ਰੋਜੈਕਸ਼ਨ ਇਸ ਪਾਰਟ ਦੀ ਪ੍ਰੋਜੈਕਸ਼ਨ ਆਪਾਂ ਨੀਚੇ ਐਕਸ ਵਾਈ 'ਚ ਵੀ ਲੈ ਸਕਦੇ ਹਾਂ, ਕਿਸੇ ਮੱਝ ਲੈ ਸਕਦੇ ਹਾਂ। ਤਾਂ ਇਹ ਆਪਣੇ ਉੱਪਰ ਡਿਪੈਂਡ ਕਰਦਾ ਹੈਗਾ ਕਿ ਡੀ ਐਕਸ ਦਾ ਫਾਰਮੂਲਾ ਕਿਹੜਾ ਯੂਜ਼ ਕਰਨਾ। ਅਤੇ ਇਸ ਕੁਐਸਚਨ ਵਾਸਤੇ ਪ੍ਰੋਜੈਕਸ਼ਨ ਜਿਹੜੀ ਹੈ ਕਿ ਮੈਂ ਐਕਸ ਵਾਈ ਪਲੇਨ 'ਚ ਲਈ ਹੈ। ਮੋਸਟਲੀ ਆਪਾਂ ਐਕਸ ਵਾਈ ਪਲੇਨ 'ਚ ਲੈਂਦੇ ਆ ਰਹੇ ਸੀਗੇ ਤਾਂ ਐਕਸ ਵਾਈ ਪਲੇਨ 'ਚ ਲੈ ਲਈ ਆਪਾਂ ਨੇ। ਅਤੇ ਐਕਸ ਵਾਈ ਪਲੇਨ ਦੇ ਵਿੱਚ ਲੈਣ ਕਰਕੇ ਫਾਰਮੂਲਾ ਆਪਾਂ ਯੂਜ਼ ਕਰ ਲਿਆ। ਹੁਣ ਡੀ ਐਕਸ ਡੀ ਵਾਈ ਦਾ ਹੈਗਾ, ਹੁਣ ਦੇਖੋ ਇਹ 'ਚ ਐਨ ਕੈਪ ਜਿਹੜਾ ਅਸੀਂ ਪਿੱਛੇ ਆਪਾਂ ਕੱਢਿਆ ਹੈਗਾ, ਐਨ ਕੈਪ ਆਪਣੇ ਕੋਲ ਆ ਸੀ। ਡਾਟ ਕੇ ਕੈਪ ਕਰਾਂਗੇ ਤਾਂ ਇਕੱਲਾ ਜ਼ੈਡ ਆ ਜਾਏਗਾ, ਤਾਂ ਇਹਦੇ 'ਚ ਇਕੱਲਾ ਜ਼ੈਡ ਆ ਗਿਆ। ਚਲੋ ਫਸਟ ਆਕਟੈਂਟ 'ਚ ਪੋਜ਼ੀਟਿਵ ਹੁੰਦਾ, ਜ਼ੈਡ ਇੱਦਾਂ ਹੀ ਆ ਗਿਆ। ਅਤੇ ਇਹ ਵੈਲਿਊ ਆਪਾਂ ਨੇ ਕੱਢੀ ਆ ਸਰਫੇਸ ਦੇ ਵਿੱਚੋਂ, ਕਿਉਂ ਕੱਢੀ ਲੱਗ ਜਾਊ ਪਤਾ। ਪਲੱਸ ਮਾਈਨਸ ਨਹੀਂ ਪਾਇਆ ਕਿਉਂਕਿ ਪਹਿਲੇ ਆਕਟੈਂਟ ਵਿੱਚ ਆ ਜ਼ੈਡ ਪੋਜ਼ੀਟਿਵ ਹੋਊਗਾ। ਚਲੋ ਫਿਰ ਡੀ ਐਸ ਦੀ ਵੈਲਿਊ ਆ ਗਈ। ਇਹ ਵੈਸੀ ਵੈਲਿਊ ਆਪਾਂ ਤਾਂ ਭਰ ਰਹੇ ਹੈਗੇ ਹਾਂ, ਜੀ ਪਿੱਛੇ ਗੱਲ ਕਰੀ ਸੀ ਆਪਾਂ ਨੇ ਕਿ ਐਕਸ ਵਾਈ 'ਚ ਕੁਐਸਚਨ ਕਨਵਰਟ ਹੋ ਕਰਨਾ ਆਪਾਂ ਸਾਰਾ। ਇਹ ਜ਼ੈਡ ਐਕਸਟਰਾ ਆ ਗਿਆ, ਜਿਹੜਾ ਐਕਸਟਰਾ ਆਊਗਾ ਆਪਣੇ ਕੋਲ ਉਹਦੀ ਵੈਲਿਊ ਆਪਾਂ ਸਰਫੇਸ 'ਚੋਂ ਕੱਢਣੀ ਹੈ। ਇਹ ਵੈਲਿਊ ਆ ਗਈ ਆਪਣੇ ਕੋਲ। ਹੁਣ ਦੂਜੀ ਗੱਲ, ਇਹ ਤਾਂ ਹੋ ਗਿਆ ਇਹਦੇ ਵਿੱਚ ਆਪਣੇ ਕੋਲ ਕਿ ਆਪਾਂ ਨੇ ਐਨ ਕੈਪ ਗ੍ਰੇਡੀਅੰਟ ਹੋ ਗਿਆ, ਡੀ ਐਸ ਪ੍ਰੋਜੈਕਸ਼ਨ ਦੇਖ ਲਈ ਆਪਾਂ ਨੇ, ਪ੍ਰੋਜੈਕਸ਼ਨ ਅਕੋਰਡਿੰਗ ਫਾਰਮੂਲਾ ਬਣ ਗਿਆ। ਹੁਣ ਲਿਮਟਾਂ ਕਿਵੇਂ ਨੇ, ਇਹ ਪ੍ਰੋਜੈਕਸ਼ਨ ਆ। ਪ੍ਰੋਜੈਕਸ਼ਨ ਜਿਵੇਂ ਪ੍ਰੋਜੈਕਸ਼ਨ ਲਈ ਸੀ ਆਪਾਂ ਡਬਲ ਇੰਟੈਗਰਲ ਦੀ ਲਾਸਟ ਸਮੈਸਟਰ ਵਿੱਚ ਉਵੇਂ ਹੋਊਗਾ। ਇਹਦੀ ਪ੍ਰੋਜੈਕਸ਼ਨ ਜੇ ਦੇਖੀਏ ਆਪਾਂ, ਚੌਥਾ ਪਾਰਟ ਆਫ ਸਰਕਲ ਬਣੇਗਾ, ਆਹ ਪ੍ਰੋਜੈਕਸ਼ਨ ਆਊਗੀ ਇਹਦੀ, ਇਹ ਤੁਸੀਂ ਦੇਖ ਸਕਦੇ ਹੋ। ਜੇ ਉੱਪਰੋਂ ਦੇਖੀਏ ਟੌਪ ਵਿਊ ਦੇਖੀਏ, ਇਹਦਾ ਟੌਪ ਵਿਊ ਇੱਥੇ ਬਣਿਆ ਹੋਇਆ ਸਾਹਮਣੇ, ਨਾ ਬਣਵਾਇਆ ਹੈ ਟੌਪ ਵਿਊ, ਤਾਂ ਇਹ ਟੌਪ ਵਿਊ ਜਿਹੜਾ ਬਣਿਆ ਹੋਇਆ ਆਹ ਸੀ, ਇਹਦੀ ਪ੍ਰੋਜੈਕਸ਼ਨ ਲੱਗਦਾ ਪੂਰਾ ਹੀ ਸਰਕਲ ਬਣੇਗੀ ਪ੍ਰੋਜੈਕਸ਼ਨ ਐਕਸ ਵਾਈ ਪਲੇਨ ਦੇ ਵਿੱਚ। ਤਾਂ ਇਹ ਕੁਆਰਟਰ ਸਰਕਲ ਬਣੇਗਾ, ਸਰਕਲ ਦਾ ਚੌਥਾ ਹਿੱਸਾ ਬਣੇਗਾ। ਇਹ ਡਾਇਗਰਾਮ ਆ ਬਣਾਈ ਹੋਈ ਹੈ, ਇਹ ਐਕਸ ਆ, ਇਹ ਵਾਈ ਆ। ਹੁਣ ਇਸ ਤੋਂ ਬਾਅਦ ਇਹ ਆਰ ਰੀਜਨ ਪਤਾ, ਰੀਜਨ ਆਰ ਹੋਏਗਾ। ਹੁਣ ਇਹ ਸਰਫੇਸ ਇੰਟੈਗਰਲ ਡਬਲ ਇੰਟੈਗਰਲ 'ਚ ਕਨਵਰਟ ਹੋ ਗਿਆ, ਇਹ ਡਬਲ ਇੰਟੈਗਰਲ ਬਣ ਗਿਆ। ਹੁਣ ਇਹ ਲਿਮਟਾਂ ਕਿਵੇਂ ਕੱਢਣੀਆਂ ਹੈਗੀਆਂ ਨੇ, ਇਹ ਸਾਰਾ ਕੰਸੈਪਟ ਪਿੱਛੇ ਆਇਆ ਹੈ ਪਹਿਲਾਂ। ਇਹਦੇ ਵਿੱਚ ਸ਼ਾਇਦ ਤੁਹਾਨੂੰ ਧਿਆਨ ਦੇ ਵਿੱਚ ਹੌਰੀਜ਼ੋਨਟਲ ਸੀ ਵੇਰੀਏਸ਼ਨ, ਇੱਕ ਵਰਟੀਕਲ ਵੇਰੀਏਸ਼ਨ ਸੀਗੀ, ਹੌਰੀਜ਼ੋਨਟਲ ਵੇਰੀਏਸ਼ਨ ਸੀਗੀ, ਜਾਂ ਆਪਾਂ ਐਕਸ ਨੂੰ ਆਰ ਕਾਸ ਥੀਟਾ ਭਰਿਆ ਸੀ, ਪੋਲਰ ਫਾਰਮ 'ਚ ਕਨਵਰਟ ਕੀਤਾ ਸੀਗਾ। ਉਹ ਅਲੱਗ-ਅਲੱਗ ਰੂਲ ਨੇ, ਚਲੋ ਦੇਖਦੇ ਹਾਂ ਆਪਾਂ। ਚਲੋ ਉਸ ਤੋਂ ਬਾਅਦ ਐਫ ਡਾਟ ਐਨ ਕੈਪ ਤਾਂ ਆਪਾਂ ਕੱਢ ਲਿਆ, ਐਫ ਪਤਾ ਐਨ ਕੈਪ ਪਤਾ, ਡਾਟ ਲੈ ਲਿਆ, ਆਹੀ ਚੀਜ਼ ਆ ਜਾਏਗੀ। ਡੀ ਐਸ ਦੀ ਵੈਲਿਊ ਭਰਤੀ ਆਪਾਂ ਨੇ, 3xyz ਆ ਗਿਆ, ਜ਼ੈਡ ਦੀ ਵੈਲਿਊ ਭਰਤੀ, ਜ਼ੈਡ ਇਹ ਕੱਟ ਗਿਆ ਆਪਸ 'ਚ, ਇਹ ਆਪਣਾ ਆਨਸਰ ਆ ਗਿਆ। ਹੁਣ ਇਹਨੂੰ ਆਪਾਂ ਨੇ ਪੋਲਰ ਫਾਰਮ 'ਚ ਕਨਵਰਟ ਕਰਨਾ ਸੌਖਾ ਹੋ ਜਾਏਗਾ ਜੀ। ਐਕਸ ਨੂੰ ਆਰ ਕਾਸ ਥੀਟਾ, ਵਾਈ ਨੂੰ ਆਰ ਸਾਈਨ ਥੀਟਾ ਹੁੰਦਾ, ਡੀ ਐਕਸ ਵਾਈ ਡੀ ਇਹ ਹੁੰਦਾ ਹੈਗਾ। ਆਰ 0 to 1 ਵੇਰੀ ਕਰੇਗਾ, ਚੈੱਕ ਕਰ ਸਕਦੇ ਹਾਂ ਆਪਾਂ। ਰੇਡੀਅਸ 0 to 1 ਹੁੰਦਾ, ਥੀਟਾ 0 to 2, ਉਰੇ 0 ਹੁੰਦਾ, ਉਰੇ π/2, ਥੀਟਾ 0 to π/2 ਵੇਰੀ ਕਰੇਗਾ। ਬਾਕੀ ਲਿਮਟਾਂ ਭਰਤੀਆਂ, ਇਸਨੂੰ ਧਿਆਨ ਦੇ ਵਿੱਚ ਲਿਮਟਾਂ ਕਾਂਸਟੈਂਟ ਹੋਣ ਤਾਂ ਇੰਟੀਗ੍ਰੇਸ਼ਨ ਅਲੱਗ-ਅਲੱਗ ਕਰ ਸਕਦੇ, ਥੀਟੇ ਅਲੱਗ ਕਰਤੀ, ਆਰ ਦੀ ਅਲੱਗ ਕਰਤੀ, ਜਿਵੇਂ ਡਬਲ ਇੰਟੈਗਰਲ 'ਚ ਕਰਦੇ ਸੀ। ਇਹਨੂੰ ਸੋਲਵ ਕਰਾਂਗੇ, ਆਪਣਾ ਆਨਸਰ ਆ ਜਾਏਗਾ। ਜਿਹੜੀ ਮੇਨ ਗੱਲ ਉੱਪਰ ਫੋਕਸ ਕਰਨਾ ਚਾਹੋ ਡਬਲ ਇੰਟੈਗਰਲ, ਇਹਦਾ ਡਬਲ ਇੰਟੈਗਰਲ ਬਣ ਗਿਆ, ਤਾਂ ਪੁਰਾਣਾ ਕੰਮ ਹੋ ਗਿਆ। ਜਿਹੜੀ ਗੱਲ 'ਤੇ ਫੋਕਸ ਕਰਨਾ ਆਪਾਂ ਨੂੰ, ਗੱਲ ਇਹ ਹੈਗੀ ਇਹਦੇ ਵਿੱਚ ਕਿ ਆਪਾਂ ਨੇ ਇੱਕ ਤਾਂ ਐਨ ਕੈਪ ਇਹ ਗ੍ਰੇਡੀਅੰਟ ਹੋਊਗਾ, ਡੀ ਐਸ ਦਾ ਫਾਰਮੂਲਾ ਜਿੱਥੇ ਪ੍ਰੋਜੈਕਸ਼ਨ ਲੈ ਰਹੇ ਹਾਂ ਉੱਥੋਂ ਦੇਖ ਕੇ ਕਰਨਾ ਆਪਾਂ ਨੇ। ਇਹ ਪ੍ਰੋਜੈਕਸ਼ਨ ਹੋਊਗੀ, ਪ੍ਰੋਜੈਕਸ਼ਨ ਬਣਾ ਕੇ ਕਿਸੇ ਪਲੇਨ 'ਚੋਂ, ਫਿਰ ਡਬਲ ਇੰਟੈਗਰਲ ਦਾ ਕੁਛ ਉਹ ਤੋਂ ਲਿਮਟਾਂ ਚੇਂਜ ਕਰ ਲੈਣੀਆਂ ਆਪਾਂ। ਚਲੋ ਦੇਖੋ ਇੱਕ ਕੁਐਸਚਨ ਹੋਰ ਕਰ ਰਹੇ ਹਾਂ। ਇਹ ਕੁਐਸਚਨ ਥੋੜ੍ਹਾ ਜਿਹਾ ਦੇਖ ਲਿਓ ਧਿਆਨ ਨਾਲ, ਅਤੇ ਇੰਪੋਰਟੈਂਟ ਕੁਐਸਚਨ ਹੈ, ਇੱਥੋਂ ਤੁਹਾਨੂੰ ਕਾਫੀ ਕੰਸੈਪਟ ਕਲੀਅਰ ਹੋ ਜਾਣਗੇ ਇਸ ਕੁਐਸਚਨ ਦੇ ਵਿੱਚੋਂ। ਉਹ ਦੇਖੋ ਉਵੇਂ ਹੀ ਆ, ਚਲੋ ਆਹ ਚੀਜ਼ ਫਾਈਂਡ ਕਰਨ ਵਾਸਤੇ ਕਿਹਾ ਹੈਗਾ। ਹੁਣ ਤੁਸੀਂ ਕਹੋਗੇ ਕੁਐਸਚਨ ਦੇ ਵਿੱਚ ਇਹ ਕੀ ਆਈ ਜਾਂਦਾ ਹੈਗਾ, ਐਕਚੁਅਲੀ ਇਹ ਚੀਜ਼ ਜਿਹੜੀ ਆ ਰਹੀ ਹੈਗੀ ਆ, ਅੱਗੇ ਜਿਹੜੀ ਥਿਊਰਮਾਂ ਕਰਨੀਆਂ ਆਪਾਂ ਨੇ, ਗ੍ਰੀਨ, ਗੌਸ ਅਤੇ ਸਟੋਕਸ ਥਿਊਰਮ, ਉਹਨਾਂ ਵਿੱਚ ਇੱਦਾਂ ਦੀ ਫਾਰਮ ਆਉਣੀ ਹੈ। ਉਹ ਤਾਂ ਹੀ ਕਰਕੇ ਪਹਿਲਾਂ ਆਪਾਂ ਨੂੰ ਇਸ ਐਕਸਰਸਾਈਜ਼ ਪਹਿਲਾਂ ਇਹਦੀ ਪ੍ਰੈਕਟਿਸ ਕਰਵਾ ਰਹੇ ਨੇ ਕਿ ਆਹ ਫਾਰਮ ਆਪਾਂ ਨੂੰ ਸੋਲਵ ਕਰਨੀ ਆ ਜਾਏ, ਤਾਂ ਇਹੀ ਫਾਰਮ ਅੱਗੇ ਆਉਣੀ ਹੈ ਅਤੇ ਉਹ 'ਚੋਂ ਕੁਐਸਚਨ ਸੌਖੇ ਰਹਿਣਗੇ ਆਪਾਂ ਨੂੰ। ਚਲੋ ਉਵੇਂ ਆ ਸਾਰਾ। ਹੁਣ ਇਹ 'ਚ ਥੋੜ੍ਹਾ ਜਿਹਾ ਦੇਖ ਲਓ ਸਰਫੇਸ ਕੀ ਹੈਗਾ। ਸਰਫੇਸ ਇੱਕ ਤਾਂ ਸਿਲੰਡਰ ਆ, ਇੱਕ z = 0 ਹੋ ਗਿਆ, z = 0 ਜਿਹੜਾ ਐਕਸ ਵਾਈ ਪਲੇਨ ਹੋ ਗਿਆ, ਆਹ ਹੋ ਗਿਆ, ਅਤੇ z = 3 ਆਹ ਹੋ ਗਿਆ, z = 3 ਹੋ ਗਿਆ। ਆਹ ਸਿਲੰਡਰ ਆ, ਇਹਦੀ ਡਾਇਗਰਾਮ ਨਾਲ ਬਣੀ ਹੋਈ ਹੈਗੀ ਆ। ਆਹ ਸਿਲੰਡਰ ਆ ਜੀ, ਆਹ z = 0 ਆ, ਆਹ z = 3 ਆ। ਸਰਫੇਸ ਕਿਹੜਾ ਕਿਹਾ ਉਹਨਾਂ ਨੇ, ਬਾਉਂਡਡ।
ਜਾਂ ਕਲੋਜ਼, ਤਾਂ ਸਰਫੇਸ ਦੇ ਵਿੱਚ ਬਾਉਂਡਰੀ ਹੁੰਦੀ ਹੈ। ਇੱਕ ਤਾਂ ਆਹ ਬਾਉਂਡਰੀ ਹੋਊਗੀ ਸਿਲੰਡਰ ਵਾਲੀ, ਜਿਹੜਾ ਗੋਲ ਗੋਲ ਦੇਖੀ ਆਪਾਂ, ਇੱਕ ਤਾਂ ਆਹ ਬਾਉਂਡਰੀ ਹੈ ਰੈੱਡ ਕਲਰ ਦੀ ਸਿਲੰਡਰ ਦੀ, ਇੱਕ ਹੋਰ ਦੇਖੀ ਆਪਾਂ ਇਹਦੇ ਵਿੱਚੋਂ ਇੱਕ ਟੌਪ ਵੀ ਆ ਸਰਫੇਸ, ਇਹ ਵੀ ਬਾਉਂਡਡ ਹੋ ਗਿਆ, ਇਹ ਵੀ ਸਰਫੇਸ ਆ ਅਤੇ ਆਹ ਵੀ ਸਰਫੇਸ ਆ। ਇਹ ਤਿੰਨ ਪ੍ਰਕਾਰ ਦੇ ਸਰਫੇਸ ਨੇ ਇਹਦੇ ਵਿੱਚ। ਸਰਫੇਸ ਬਾਉਂਡਰੀ ਨੂੰ ਕਹਿੰਦੇ ਆ। ਇਹ ਕਲੋਜ਼ਡ ਸਿਲੰਡਰ ਆ। ਕਲੋਜ਼ ਸਿਲੰਡਰ ਮਤਲਬ ਆ ਵੀ ਬਾਉਂਡਰੀ ਆ ਅਤੇ ਆ ਵੀ ਬਾਉਂਡਰੀ ਆ, ਖੁੱਲ੍ਹਾ ਨਹੀਂ ਹੈਗਾ। ਇਹ ਤਿੰਨ ਸਰਫੇਸ ਹੋ ਗਿਆ ਆਪਣੇ ਕੋਲ। ਇੱਕ ਤਾਂ S1 ਕਹਿ ਤਾ ਆਪਾਂ ਇਹਨੂੰ, ਅਤੇ ਇਹ S1 ਕਹਿ ਤਾ ਆਪਾਂ, ਇਹ S2 ਕਹਿ ਤਾ। S1 ਸਰਫੇਸ ਆ ਨੀਚੇ ਵਾਲਾ ਸਰਕਲ ਪਾਰਟ ਆ, ਨੀਚੇ ਵਾਲਾ ਸਰਕਲ ਇਹ 'ਚ ਦਿਖ ਨਹੀਂ ਰਿਹਾ ਹੈਗਾ, ਅਤੇ S2 ਆਹ ਬਾਉਂਡਰੀ ਆ ਗੋਲ ਪਾਰਟ। ਜਿਹੜਾ S3 ਹੈਗਾ ਇਹ ਇਹਦੇ ਵਿੱਚ ਲੁੱਕ ਗਿਆ, ਇਹ ਉੱਪਰ ਵਾਲਾ ਸਰਫੇਸ ਆ, ਇਹ S3 ਆ। ਚਲੋ ਉਵੇਂ ਕੀਤਾ ਆਪਾਂ ਨੇ। ਚਲੋ ਇਹ ਸਰਫੇਸ ਦੇ ਤਿੰਨ ਪਾਰਟ ਬਣ ਗਏ। S1 ਜਿਹੜਾ ਹੋ ਗਿਆ ਇਹ Z=0 ਹੋ ਗਿਆ ਪਲੇਨ। S2 ਕੀ ਹੈਗਾ ਸਿਲੰਡਰ ਦਾ ਪਾਰਟ ਆ। S3 ਜਿਹੜਾ ਹੈਗਾ ਇਹ ਪਲੇਨ ਆ ਉੱਪਰ Z=3। ਉਵੇਂ ਇਹਦੇ ਤਿੰਨ ਹਿੱਸੇ ਕਰ ਲਏ ਆਪਾਂ ਨੇ। ਹੁਣ ਇਹ ਦੇਖਣਾ ਕਿ ਧਿਆਨ ਨਾਲ ਕਿਵੇਂ ਸੋਲਵ ਹੋਊਗਾ। ਜੋ ਪਹਿਲਾ ਸਰਫੇਸ S1 ਵਾਸਤੇ ਕਰ ਰਹੇ ਹਾਂ। ਪਹਿਲਾ ਸਰਫੇਸ S1 ਜਿਹੜਾ ਹੈਗਾ ਆ ਨੀਚੇ ਵਾਲਾ, ਇਹ ਸਰਫੇਸ ਇਕੁਏਸ਼ਨ Z=0 ਆ। ਹੁਣ ਇਹਦੀ ਪ੍ਰੋਜੈਕਸ਼ਨ ਲੈਣੀ ਕਿਹਦੇ ਵਿੱਚ ਆ। ਚਲੋ ਸਿੰਪਲ ਹੀ ਹੈ, ਅਤੇ XY ਪਲੇਨ 'ਚ ਪਿਆ ਪਹਿਲੀ, ਤਾਂ XY ਪਲੇਨ 'ਚ ਹੋਣ ਕਰਕੇ ਆਊਟਵਰਡ ਲੈਣਾ ਆਪਾਂ ਨੇ। ਆਊਟਵਰਡ ਹੋਊਗਾ ਬਾਹਰਲੇ ਪਾਸੇ, ਇਹ ਸੈਂਟਰ ਦੇ ਅੰਦਰ ਵੜ ਗਿਆ, ਇਨਵਰਡ ਹੋ ਗਿਆ। ਆਪਣੇ ਆਊਟਵਰਡ ਲੈਣਾ ਹੁੰਦਾ, ਇਹ ਬਾਹਰਲੇ ਪਾਸੇ ਹੋ ਗਿਆ। ਇਹਦੀ ਡਾਇਰੈਕਸ਼ਨ ਲੱਗ ਰਹੀ ਹੈ ਪਤਾ ਆਪਣਾ, ਹਮੇਸ਼ਾ ਪਰਪੈਂਡੀਕੂਲਰ ਹੋਊਗਾ। ਉੱਪਰ K ਕੈਪ ਹੁੰਦਾ Z ਦੇ ਅਲੋਂਗ, ਇੱਧਰ -K ਕੈਪ ਹੋ ਸਿੱਧਾ ਨਿਕਲ ਜਾਏਗਾ ਆਪਣੇ ਕੋਲ। ਇਹ N ਕੈਪ -K ਕੈਪ ਹੋ ਜਾਏਗਾ। DS ਦੀ ਵੈਲਿਊ XY ਪਲੇਨ 'ਚ ਲੈ ਰਹੇ ਹਾਂ। ਚਲੋ ਆ ਗਿਆ ਆਪਣੇ ਕੋਲ। ਆਲਸੋ ਜਿਹੜੀ ਪ੍ਰੋਜੈਕਸ਼ਨ ਹੋਊਗੀ ਉਹ ਦੇਖਣੀ ਆ। ਇਸ ਸਰਫੇਸ ਦੀ XY ਪਲੇਨ 'ਚ ਪ੍ਰੋਜੈਕਸ਼ਨ ਕੀ ਬਣੇਗੀ, ਇਹ ਸਰਕਲ ਹੀ ਬਣੇਗੀ। ਆਹੀ ਸਰਕਲ ਹੋ ਜਾਏਗਾ, ਮਤਲਬ ਜਿਵੇਂ ਮੈਂ ਡਾਇਗਰਾਮ ਬਣਾਵਾਂ ਇੱਥੇ, ਇਹਦੀ ਪ੍ਰੋਜੈਕਸ਼ਨ ਆਹੀ ਬਣੇਗੀ। ਅਤੇ ਇਹ ਸਰਕਲ ਦੀ ਇਕੁਏਸ਼ਨ ਕੀ ਹੋਊਗੀ। ਸਰਕਲ ਤੁਸੀਂ ਦੇਖ ਸਕਦੇ ਹੋ, ਜਿਵੇਂ ਆਹ ਪ੍ਰੋਜੈਕਸ਼ਨ, ਇਹ ਸਰਕਲ ਦੀ ਇਕੁਏਸ਼ਨ ਜਿਹੜੀ ਹੋਊਗੀ ਆਹ ਹੋਊਗੀ, ਜੇ ਧਿਆਨ ਦੇ ਵਿੱਚ ਹੋਵੇ। ਇਹ ਸਰਕਲ ਦੀ ਇਕੁਏਸ਼ਨ ਜਿਹੜੀ ਹੈਗੀ ਆ ਆਪਣੇ ਕੋਲ x² + y² = 4। ਇਹ ਸਰਕਲ ਦੀ ਇਕੁਏਸ਼ਨ ਹੋਏਗੀ। ਚਲੋ ਇਹ ਆਪਣੇ ਕੋਲ ਆਹ ਬਣ ਗਿਆ। F.N ਕੈਪ ਕੱਢਿਆ, ਇਹ ਤਾਂ ਚਲੋ N ਕੈਪ ਪਤਾ, F ਕੈਪ ਪਤਾ, ਉਹ ਕੱਢਿਆ। DS ਦੀ ਵੈਲਿਊ ਭਰਤੀ, ਜੋ ਸਰਫੇਸ ਆ ਆਪਣੇ ਕੋਲ। ਚਲੋ ਇਹ 'ਚ Z0 ਸੀ ਨਾ, ਤਾਂ ਕੰਮ ਸੌਖਾ ਹੋ ਗਿਆ, ਸਾਰਾ 0 ਹੋ ਗਿਆ। ਹੁਣ ਉਸ ਤੋਂ ਬਾਅਦ ਇਹ ਥੋੜ੍ਹਾ ਔਖਾ ਹੈਗਾ, ਬਾਅਦ 'ਚੋਂ ਕਰਦੇ ਹਾਂ। ਇਹ S3 ਦੇਖਦੇ ਹਾਂ। S3 ਸਰਫੇਸ ਉੱਪਰ ਵਾਲਾ ਇਹਦੇ ਵਾਂਗੂ ਹੀ ਇਹ ਕਰ ਲੈਣੇ ਆਪਾਂ, ਚਲੋ ਛੇਤੀ ਹੋ ਜਾਏਗਾ। ਹੁਣ ਇਹਦੇ ਵਿੱਚ N ਕੈਪ K ਕੈਪ ਸ਼ਾਇਦ ਸਮਝ ਆ ਗਿਆ ਹੋਵੇ। ਇਹਦਾ ਆਊਟਵਰਡ ਨੋਰਮਲ Z ਦੇ ਅਲੋਂਗ ਹੀ ਹੋਊਗਾ। ਇਹ K ਕੈਪ ਹੋ ਗਿਆ। ਇਸ ਤੋਂ ਬਾਅਦ ਉਵੇਂ DS DY XY ਪਲੇਨ ਦੇ ਵਿੱਚ ਹੋ ਗਿਆ, ਚੈੱਕ ਕਰ ਲਿਓ। ਫਿਰ ਇਹ ਪ੍ਰੋਜੈਕਸ਼ਨ ਲਈ ਆਪਾਂ ਨੇ, ਹੁਣ ਇਹਦੀ ਪ੍ਰੋਜੈਕਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਇਹਦੀ ਪ੍ਰੋਜੈਕਸ਼ਨ ਜਿਹੜੀ ਹੈਗੀ ਆ XY ਪਲੇਨ 'ਚ ਕੀ ਆਊਗੀ, ਸਰਕਲ ਹੀ ਆਊਗਾ। ਮਤਲਬ ਇਹਦੀ ਪ੍ਰੋਜੈਕਸ਼ਨ ਸਰਕਲ ਹੀ ਆਊਗਾ। ਅਤੇ ਸਰਕਲ ਦੀ ਇਕੁਏਸ਼ਨ ਕੀ ਹੋਊਗੀ, x² + y² = 4। ਫਿਰ ਉਵੇਂ ਚਲੋ ਆਪਾਂ ਇਹ S1 ਹੋ ਗਿਆ। ਹੁਣ ਦੇਖ ਲਿਓ ਧਿਆਨ ਨਾਲ, ਥੋੜ੍ਹਾ ਜਿਹਾ ਸਿੰਬਲ ਦਾ ਫਰਕ ਕੀ ਪਾਇਆ, S2 ਦੀ ਥਾਂ S1 ਪਾ ਤਾ। ਇਹ ਪ੍ਰੋਜੈਕਸ਼ਨ ਹੁੰਦੀ ਹੈ। ਅਤੇ ਪ੍ਰੋਜੈਕਸ਼ਨ ਕੀ ਹੋਊਗੀ, ਇਹਦਾ ਪਰਛਾਵਾਂ ਜੇ ਆਪਾਂ XY ਪਲੇਨ 'ਚ ਲਵਾਂਗੇ, XY ਪਲੇਨ 'ਚ ਲਵਾਂਗੇ S3 ਦਾ, ਤਾਂ S1 ਹੀ ਹੋਊਗਾ। ਤਾਂ S1 ਪਾਇਆ। ਚਲੋ ਆ Z ਆ ਗਿਆ। Z ਐਕਸਟਰਾ ਆ ਰਿਹਾ, ਇਹਦੀ ਵੈਲਿਊ ਆਪਾਂ ਕਿਹਾ ਸੀ ਸਰਫੇਸ ਦੀ ਇਕੁਏਸ਼ਨ 'ਚੋਂ ਕੱਢਣੀ ਹੁੰਦੀ ਆ। ਇਹ ਵੈਲਿਊ ਭਰਤੀ 9 ਆ ਗਿਆ। ਹੁਣ ਇਹ ਆ ਗਿਆ। ਹੁਣ ਸ਼ਾਇਦ ਧਿਆਨ ਦੇ ਵਿੱਚ ਹੋਵੇ, ਡਬਲ ਇੰਟੀਗ੍ਰੇਸ਼ਨ ਸੋਲਵ ਵੀ ਕਰ ਸਕਦੇ ਵੈਸੇ ਆਪਾਂ, X ਨੂੰ ਪੁੱਟ ਕਰਕੇ, ਜਿਵੇਂ 'ਚ ਸਰਕਲ 'ਚ ਪੁੱਟ ਕਰ ਸਕਦੇ ਹਾਂ ਆਪਾਂ। X ਨੂੰ R cos θ, Y ਨੂੰ R sin θ ਦਾ ਪੁੱਟ ਕਰਕੇ ਕਰ ਸਕਦੇ ਹਾਂ। ਪਰ ਇਹ ਧਿਆਨ ਦੇ ਵਿੱਚ ਡਬਲ ਇੰਟੈਗਰਲ DX dy ਇਹ ਏਰੀਆ ਸਰਕਲ ਹੁੰਦਾ ਸੀ, ਇਹਨੂੰ ਏਰੀਆ ਕਹਿੰਦੇ ਸੀ ਆਪਾਂ।
ਏਰੀਆ ਸਰਕਲ ਜਿਹੜਾ ਹੁੰਦਾ ਪਾਈ ਆਰ ਸਕੇਅਰ ਹੁੰਦਾ, ਆਰ ਕਿੰਨਾ ਹੋ ਰਿਹਾ 2 ਆ, 36 ਪਾਈ ਆ ਗਿਆ ਆਨਸਰ। ਹੁਣ ਤੀਜਾ ਮੇਨ ਇਹਦੇ ਵਿੱਚ ਕਿ S2 ਵਾਸਤੇ ਕਿਵੇਂ ਕੱਢਣਾ, ਇਹ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲਿਓ। ਇਕੁਏਸ਼ਨ ਆਫ ਸਰਫੇਸ ਜਿਹੜੀ ਹੈਗੀ S2 ਵਾਸਤੇ, ਜਿਹੜੀ ਇਕੁਏਸ਼ਨ ਆਫ ਸਰਫੇਸ ਹੈਗੀ ਆ S2 ਸਿਲੰਡਰ ਐਕਸ ਸਕੇਅਰ ਪਲੱਸ ਵਾਈ ਸਕੇਅਰ ਇਕੁਅਲ ਟੂ 4। ਹੁਣ ਇਹਦਾ ਆਪਾਂ ਡਿਸਾਈਡ ਨਹੀਂ ਕਰ ਸਕਦੇ ਹੈਗੇ ਕਿ ਐਨ ਕੈਪ ਕਿੱਧਰੇ ਪਾਸੇ ਆਊਗਾ ਨਾ, ਫਿਰ ਐਨ ਕੈਪ ਉਵੇਂ ਕੱਢਣਾ ਪਊਗਾ ਆਪਾਂ ਨੂੰ ਗ੍ਰੇਡੀਐਂਟ ਦਾ ਫਾਰਮੂਲਾ ਇਹ ਯੂਜ਼ ਕਰਕੇ। ਪਹਿਲਾਂ ਗ੍ਰੇਡੀਐਂਟ ਕੱਢਿਆ ਆਪਾਂ ਇਹਦਾ, ਇਹ ਸੌਖਾ ਹੀ ਆ। ਉਵੇਂ ਐਕਸ ਸਕੇਅਰ ਪਲੱਸ ਵਾਈ ਸਕੇਅਰ ਜਿਹੜਾ ਹੈਗਾ ਉਹ ਆਪਣੇ ਕੋਲ 2 ਆ ਗਿਆ, ਐਕਸ ਸਕੇਅਰ ਪਲੱਸ ਵਾਈ ਸਕੇਅਰ ਵੈਲਿਊ 2 ਆਏਗੀ ਇਹਦੇ ਵਿੱਚੋਂ। ਉਹ ਥੋੜ੍ਹਾ ਜਿਹਾ ਦੇਖ ਲਿਓ, ਥੋੜ੍ਹਾ ਜਿਹਾ ਇਹਦੇ ਵਿੱਚੋਂ ਇੱਥੇ ਨੀਚੇ 2 ਆਏਗਾ ਜੀ, ਇਹ ਥੋੜ੍ਹੀ ਜਿਹੀ ਗਲਤੀ ਹੈ, ਇਹਨੂੰ ਠੀਕ ਕਰ ਲਿਓ। ਚਲੋ ਇਹ ਸਰਫੇਸ ਆ ਗਿਆ ਆਪਣਾ, ਡੀ ਐਸ ਦਾ ਫਾਰਮੂਲਾ ਆ ਗਿਆ ਨਾ, ਮਤਲਬ ਕਿ ਇਹ ਬਣ ਗਿਆ ਆਪਣੇ ਕੋਲ। ਇਸ ਤੋਂ ਬਾਅਦ ਆਪਣਾ ਹੁਣ ਐਨ ਕੈਪ ਵੀ ਡਿਸਾਈਡ ਕਰ ਲਿਆ, ਜੋ ਡੀ ਐਸ ਆਪਾਂ ਦੇਖਣਾ, ਡੀ ਐਸ ਵਾਸਤੇ ਆਪਾਂ ਦੇਖਣਾ ਕਿ ਪ੍ਰੋਜੈਕਸ਼ਨ ਕਿਚ ਲਈਏ। ਹੁਣ ਥੋੜ੍ਹਾ ਦੇਖ ਲਿਓ ਧਿਆਨ ਨਾਲ, ਇਹ ਸਿਲੰਡਰ ਦੀ ਜੇ ਪ੍ਰੋਜੈਕਸ਼ਨ ਲਵਾਂਗੇ ਆਪਾਂ ਐਕਸ ਵਾਈ ਪਲੇਨ ਦੇ ਵਿੱਚ, ਕੋਈ ਏਰੀਆ ਨਹੀਂ ਆਉਣਾ ਹੈਗਾ। ਉਹ ਕਿਉਂ ਨਹੀਂ ਆਉਣਾ ਉਹ ਦੇਖ ਲਓ। ਪ੍ਰੋਜੈਕਸ਼ਨ ਸਿਰਫ ਆਹ ਬਣੇਗੀ, ਆਹ ਇਕੱਲੀ ਬਾਊਂਡਰੀ ਬਣੇਗੀ, ਕਿਉਂਕਿ ਜਿਹੜਾ S2 ਸਰਫੇਸ ਹੈ ਇਹ ਬਾਊਂਡਰੀ ਹੈ, ਵਿੱਚ ਠੋਸ ਨਹੀਂ ਹੈਗਾ, ਬਾਹਰਲੀ ਬਾਊਂਡਰੀ ਹੈ। ਜੇ ਬਾਹਰਲੀ ਬਾਊਂਡਰੀ ਹੈਗੀ ਆ ਤਾਂ ਜਿਹੜਾ ਇਹਦੀ ਪ੍ਰੋਜੈਕਸ਼ਨ ਆ ਬਣੇਗੀ ਸਿਰਫ ਬਾਹਰਲੀ ਬਾਊਂਡਰੀ, ਵਿੱਚੋਂ ਖਾਲੀ ਆ, ਇਹਦਾ ਏਰੀਆ ਨਹੀਂ ਬਣਨਾ, ਮਤਲਬ ਐਕਸ ਵਾਈ ਪਲੇਨ 'ਚ ਨਹੀਂ ਲੈਣਾ। ਫਿਰ ਪ੍ਰੋਜੈਕਸ਼ਨ ਕਿਹਦੇ ਵਿੱਚ ਲੈ ਰਿਹਾ ਮੈਂ, ਵਾਈ ਜ਼ੈਡ ਪਲੇਨ 'ਚ ਲੈ ਰਿਹਾ ਜੀ। ਇਹਦੀ ਪ੍ਰੋਜੈਕਸ਼ਨ ਵਾਈ ਜ਼ੈਡ ਪਲੇਨ 'ਚ ਕਿਵੇਂ ਲਈ ਆ ਉਹ ਦੇਖ ਲਓ, ਸ਼ਾਇਦ ਸਮਝ ਆ ਰਿਹਾ ਹੋਵੇ। ਆਹ ਵਾਈ ਜ਼ੈਡ ਪਲੇਨ ਦੇ ਵਿੱਚ ਆਹ ਪ੍ਰੋਜੈਕਸ਼ਨ ਆਊਗੀ, ਅਤੇ ਇਹਨੂੰ ਥੋੜ੍ਹਾ ਜਿਹਾ ਕਲੈਰੀਫਾਈ ਕਰਨਾ ਹੈਗਾ ਥੋੜ੍ਹਾ ਧਿਆਨ ਨਾਲ, ਇਸ ਕਰਕੇ ਫਿਰ ਇਹਨੂੰ ਵਿਜ਼ੂਅਲਾਈਜ਼ ਕਰ ਰਿਹਾ ਹੈਗਾ। ਇਹਦੇ ਵਿੱਚੋਂ ਆਪਣੇ ਕੋਲ ਥੋੜ੍ਹੀ ਸੈਟਿੰਗ ਜਿਹੀਆਂ ਕਰਨੀ ਬਸ ਇਹਦੀ, ਇਹ ਬਣ ਜਾਏਗਾ ਇਹ। ਕੋਈ ਪ੍ਰੋਜੈਕਸ਼ਨ ਸਮਝਾਉਣੀ ਸੀ। ਇਹ ਨਾ ਸਿਲੰਡਰ ਜਿਹੜਾ ਸਰਫੇਸ ਆ S2 ਇਹ ਖਾਲੀ ਆ, ਤਾਂ ਇਹਦੀ ਆਹ ਸਰਫੇਸ ਆ, ਇਹਦੀ ਬਾਊਂਡਰੀ ਜਿਹੜੀ ਹੈ ਐਕਸ ਵਾਈ ਪਲੇਨ ਪ੍ਰੋਜੈਕਸ਼ਨ ਸਰਕਲ ਬਣਿਆ ਇਕੱਲਾ ਸਰਕਲ, ਇਸ ਕਰਕੇ ਨਹੀਂ ਲੈਣਾ ਆਪਾਂ ਨੇ। ਇਹਦੀ ਪ੍ਰੋਜੈਕਸ਼ਨ ਲਈ ਆਪਾਂ ਹੁਣ ਇਹ ਵਾਈ ਜ਼ੈਡ ਪਲੇਨ ਆ ਸੀ ਪਿੱਛੇ, ਇਹ ਵਾਈ ਜ਼ੈਡ ਪਲੇਨ 'ਚ ਪ੍ਰੋਜੈਕਸ਼ਨ ਲਵਾਂਗੇ ਤਾਂ ਲੱਗ ਰਿਹਾ ਪਤਾ, ਇਹ ਰੈਕਟੈਂਗਲ ਬਣ ਗਿਆ, ਆਹ ਪ੍ਰੋਜੈਕਸ਼ਨ ਰੈਕਟੈਂਗਲ ਆ ਗਈ। ਇਹ ਥੋੜ੍ਹਾ ਜਿਹਾ ਦੂਜੀ ਦਿਖਾ ਨਾ, ਹੁਣ ਜਦੋਂ ਵਾਈ ਜ਼ੈਡ ਪਲੇਨ 'ਚ ਆਪਾਂ ਲਿਆ ਹੈਗਾ ਆਹ ਰੈਕਟੈਂਗਲ ਸ਼ੇਪ ਬਣ ਗਈ, ਇਹ ਰੈਕਟੈਂਗਲ ਦੇਖ ਸਕਦੇ ਹਾਂ ਆਪਾਂ। ਇਹ ਰੈਕਟੈਂਗਲ ਦੇ ਵਿੱਚ ਆਪਣੇ ਕੋਲ ਵਾਈ, ਇਹ ਜ਼ੈਡ ਐਕਸਿਸ ਆ, ਇੱਧਰ ਵਾਈ ਇਕੁਅਲ ਟੂ 2 ਆ, ਇੱਧਰ ਵਾਈ ਇਕੁਅਲ ਟੂ -2 ਆ, ਇਹ ਜ਼ੈਡ ਇਕੁਅਲਸ ਟੂ 0 ਆ ਅਤੇ ਇਹ ਜ਼ੈਡ ਇਕੁਅਲਸ ਟੂ 3 ਆ, ਰੈਕਟੈਂਗਲ ਬਣੇਗਾ ਆਪਣੇ ਕੋਲ। ਤਾਂ ਐਨ ਕੈਪ ਇੱਥੇ ਅਪੋਨ 2 ਸੀਗਾ, ਤਾਂ ਐਨ ਕੈਪ ਡੋਟ ਆਈ ਕੈਪ ਜਿਹੜਾ ਹੈਗਾ ਇਹਦੇ ਚੈੱਕ ਕਰ ਸਕਦੇ ਹਾਂ, ਅਪੋਨ 2 ਆ ਜਾਏਗਾ ਨੀਚੇ, ਇਹ 2 ਆਉਣ ਕਰਕੇ ਬਾਕੀ ਠੀਕ ਆ ਅੱਗੇ। ਅਤੇ ਐਫ ਡੋਟ ਐਨ ਕੈਪ ਇਹ ਪਹਿਲਾਂ ਵਾਂਗ ਕੱਢ ਲਿਆ, ਐਫ ਪਤਾ ਆਪਾਂ ਨੂੰ,
ਐਨ ਕੈਪ ਆਪਾਂ ਕੱਢਿਆ ਹੋਇਆ ਹੈਗਾ, ਐਫ ਡਾਟ ਐਨ ਕੈਪ ਕੱਢ ਲਿਆ ਅਪੋਨ, ਇਹ ਦੇਖਣਾ ਆਪਾਂ ਹਜੇ, ਐਫ ਡਾਟ ਐਨ ਕੈਪ ਕੱਢ ਲਿਆ, ਇਹਦੇ ਨੀਚੇ ਅਪੋਨ 2 ਆਏਗਾ, ਇਹਦੇ ਵਿੱਚ ਵੀ ਨੀਚੇ ਅਪੋਨ 2 ਸੀਗਾ, ਇਹ ਕੱਢ ਜਾਏਗਾ, ਇਹ ਆ ਜਾਏਗਾ ਆਪਣਾ। ਹੁਣ ਤਾਂ ਦੇਖਿਓ ਆਰ ਰੀਜਨ ਪਾਇਆ, ਆਰ ਰੀਜਨ ਆਹ ਵਾਲਾ ਹੋ ਗਿਆ, ਪ੍ਰੋਜੈਕਸ਼ਨ ਲੈ ਲਈ ਆਪਾਂ ਨੇ। ਹੁਣ ਇਹ 2 ਟਾਈਮਸ ਕਿਉਂ ਪਾਇਆ ਆਪਾਂ ਨੇ, ਇਹ 2 ਟਾਈਮਸ ਚਲੋ ਕਿਉਂ ਪਾਇਆ ਲਾਸਟ ਦੇਖਾਂਗੇ ਆਪਾਂ, ਫਿਲਹਾਲ ਚਲੋ ਇਹਨੂੰ ਸੋਲਵ ਕਰਦੇ ਹਾਂ ਆਪਾਂ, ਇਹ ਫਿਲਹਾਲ ਛੱਡ ਦਿਓ। ਇਹਨੂੰ ਆਪਾਂ ਸੋਲਵ ਕੀਤਾ ਜਦੋਂ, ਬਾਕੀ ਦਾ ਚਲੋ ਸਿੰਪਲ ਹੀ ਹੈਗਾ ਇਹਦੇ ਵਿੱਚੋਂ, ਕਿ ਜਿਹੜਾ Z ਹੈਗਾ Y ਹੈਗਾ ਉਹ ਤੁਹਾਨੂੰ ਲੱਗ ਰਿਹਾ ਪਤਾ -2 ਤੋਂ 2 ਵੇਰੀ ਕਰ ਰਿਹਾ, ਜਿਹੜਾ Z ਹੈਗਾ 0 ਤੋਂ 3 ਵੇਰੀ ਕਰ ਰਿਹਾ, ਬਸ ਲਿਮਟਾਂ ਭਰੀਆਂ ਨੇ। ਬਾਕੀ ਤਾਂ ਸਿੰਪਲ ਆਪਾਂ ਨੇ ਹੁਣ ਇਹਦੇ ਵਿੱਚੋਂ ਦੇਖ ਰਹੇ ਹੋਵੋਗੇ ਕਿ Y Z 'ਚ ਚਾਹੀਦਾ X ਐਕਸਟਰਾ ਸੀਗਾ, ਜਿਹੜਾ ਐਕਸਟਰਾ ਹੁੰਦਾ ਹੈਗਾ ਉਹ ਸਟੇਟਮੈਂਟ ਦੇ ਵਿੱਚ ਵੈਲਿਊ ਕੱਢਣੀ ਹੁੰਦੀ ਹੈ। ਸਟੇਟਮੈਂਟ ਕਿਹੜੀ ਸੀ ਆਪਣੇ, ਸਰਫੇਸ ਆਹ ਸੀਗਾ, ਇਹ 'ਚੋਂ ਵੈਲਿਊ ਕੱਢ ਕੇ ਆਪਾਂ ਪੁੱਟ ਕਰਤੀ। ਚਲੋ ਇਹਨੂੰ ਸੋਲਵ ਕੀਤਾ, ਸੋਲਵ ਕਰਕੇ ਆਪਣਾ 16 ਪਾਈ ਆ ਗਿਆ, ਤਿੰਨੇ ਆਪਾਂ ਸਰਫੇਸ ਐਡ ਕਰਤੇ, 84 ਪਾਈ ਆਪਣਾ ਆਨਸਰ ਆ ਗਿਆ। ਹੁਣ ਜਿਹੜੀ ਗੱਲ ਸਮਝਾਉਣੀ ਹੈਗੀ ਉਹ ਗੱਲ ਇਹ ਸੀਗੀ, ਉਰੇ 2 ਕਿਵੇਂ ਲਿਆ ਆਪਾਂ, ਡਬਲ ਕਿਵੇਂ ਕਰਤੇ ਏਰੀਆ, ਇਹ ਡਬਲ ਤਾਂ ਕਿ ਥੋੜ੍ਹਾ ਵਿਜ਼ੂਲਾਈਜ਼ ਦੇਖਣਾ ਪੈਣਾ, ਉੱਥੋਂ ਫਿਰ ਸਮਝ ਆਏਗਾ ਕਿ ਡਬਲ ਕਿਉਂ ਕਰਿਆ ਆਪਾਂ ਨੇ। ਹੁਣ ਦੇਖੋ ਧਿਆਨ ਨਾਲ, ਜਿਹੜਾ ਸਰਫੇਸ ਹੈਗਾ ਆਹ ਸਰਫੇਸ ਦੀ ਗੱਲ ਕਰ ਰਹੇ, ਜਿਹੜਾ ਆਹ 2 ਪਲੇਨ ਦੇ ਵਿੱਚ ਆ, ਇਹ ਸਰਫੇਸ ਦੇ 2 ਹਿੱਸੇ ਨੇ, ਅੱਧਾ ਹਿੱਸਾ ਤਾਂ ਅੱਗੇ ਆ, ਅੱਧਾ ਜਿਹੜਾ ਹਿੱਸਾ ਹੈਗਾ ਉਹ ਪਿੱਛੇ ਹੈ। 2 ਹਿੱਸੇ ਨੇ ਦੇਖੋ ਸਰਫੇਸ ਦੇ, ਜੇ 2 ਹਿੱਸੇ ਨੇ, ਅੱਧਾ ਸਰਫੇਸ ਸੱਜੇ ਹੱਥ ਆ, ਅੱਧਾ ਖੱਬੇ ਹੱਥ ਆ। ਇੱਕ ਹਿੱਸੇ ਵਾਸਤੇ ਜਿਹੜੀ ਪ੍ਰੋਜੈਕਸ਼ਨ ਉਹ ਵੀ ਰੈਕਟੈਂਗਲ ਬਣੇਗੀ ਜਿਵੇਂ ਬਣਾਈ ਹੈ, ਦੂਜੇ ਹਿੱਸੇ ਵਾਸਤੇ ਰੈਕਟੈਂਗਲ ਬਣੇਗੀ ਬਿਲਕੁਲ ਸੇਮ। ਤਾਂ ਹਿੱਸੇ 2 ਹੋਣ ਕਰਕੇ ਦੋਨੇ ਆਪਸ 'ਚ ਸਿਮੈਟਰਿਕ ਨੇ, ਸਿਮੈਟਰਿਕ ਹੋਣ ਕਰਕੇ ਆਪਾਂ ਸਿਰਫ ਇੱਕ ਏਰੀਆ ਫਾਈਂਡ, ਡਬਲ ਕੰਮ ਬਚਾ ਲਿਆ ਆਪਾਂ, ਸਿਰਫ ਇੱਕ ਏਰੀਆ ਫਾਈਂਡ ਕੀਤਾ ਆਪਾਂ ਨੇ, ਇੱਕ ਏਰੀਆ ਫਾਈਂਡ ਕਰਕੇ ਉਹਦਾ ਡਬਲ ਕਰਤਾ। ਅਤੇ ਇਸ ਤੋਂ ਬਾਅਦ ਇਹ ਆਪਣਾ ਡਬਲ ਕਰਕੇ ਆਪਣਾ ਆਨਸਰ ਆ ਗਿਆ। ਕੁਐਸਚਨ ਦੇਖ ਲਿਓ ਧਿਆਨ ਨਾਲ। ਅਤੇ ਥੋੜ੍ਹਾ ਜਿਹਾ ਇੱਕ ਕੁਐਸਚਨ ਹੋਰ ਆ, ਇਹ ਸਰਫੇਸ ਇੰਟੈਗਰਲ ਦਾ ਕੰਮ ਸੀਗਾ। ਹੁਣ ਥੋੜ੍ਹਾ ਜਿਹਾ ਜੋ ਵੋਲੀਅਮ ਇੰਟੈਗਰਲ ਵਾਲਾ ਕੰਸੈਪਟ ਦੱਸਣਾ ਹੈਗਾ, ਇਹ ਪੁਰਾਣੇ ਕੰਸੈਪਟ ਫਟਾਫਟ ਸਮਝਾਉਣਾ, ਇਕੱਲਾ ਰਿਵਾਈਜ਼ ਕਰਵਾ ਰਿਹਾ ਇੱਕ ਹਿਸਾਬ ਨਾਲ, ਕਿ ਵੋਲੀਅਮ ਆਪਾਂ ਕਿਵੇਂ, ਵੋਲੀਅਮ ਇੰਟੈਗਰਲ ਆਪਾਂ ਕਿਵੇਂ ਕੱਢੇ ਸੀਗੇ। ਇਹ ਚਲੋ ਇਹ ਕੁਐਸਚਨ ਸੌਖਾ ਹੀ ਹੈ, 13 ਕੁਐਸਚਨ ਹੈਗਾ। ਇਹ ਐਫ ਦਿੱਤਾ ਹੋਇਆ ਹੈਗਾ, ਇਹਦਾ ਵੋਲੀਅਮ ਇੰਟੈਗਰਲ ਕੱਢਣਾ ਆਪਾਂ ਨੇ, ਅਤੇ ਵੀ ਹੈਗਾ ਕੋਆਰਡੀਨੇਟ ਪਲੇਨਸ, ਅਤੇ ਇਸ ਪਲੇਨ ਦਾ ਜਿਹੜਾ ਬਾਊਂਡਡ ਹੋ ਕੇ ਬਣ ਰਿਹਾ ਹੈਗਾ, ਟੈਟਰਾਹੈਡਰਨ ਕਹਿੰਦੇ ਆਪਾਂ। ਇਹ ਡਾਇਗਰਾਮ ਪਹਿਲਾਂ ਬਣਾਈ ਸੀ, ਪਲੇਨ ਦੀ ਇਕੁਏਸ਼ਨ ਬਣਾ ਸਕਦੇ ਹਾਂ ਆਪਾਂ, ਜੇ ਤੁਹਾਨੂੰ ਧਿਆਨ ਦੇ ਵਿੱਚ ਹੋਵੇ। ਇਹ ਪਲੇਨ ਬਣੇਗਾ x/2 y/2 ਪਲੱਸ z/4 ਇਕੁਅਲ ਟੂ 1, ਪਹਿਲਾਂ ਵਾਂਗੂ ਆ। ਤਾਂ ਇਹ x ਉੱਪਰ 2 ਹੋਊਗਾ, y ਉੱਪਰ ਵੀ 2 ਹੋਊਗਾ, z ਉੱਪਰ 4 ਹੋਊਗਾ। ਇਹ ਚੈੱਕ ਕਰ ਸਕਦੇ, ਆਹ ਸਾਹਮਣੇ ਡਾਇਗਰਾਮ ਬਣੀ ਹੋਈ ਹੈਗੀ ਆ, ਆਹ ਪਲੇਨ ਆ ਜਿਹੜਾ ਬਣਾਇਆ ਆਪਾਂ ਨੇ। ਇਹ ਹੁਣ ਉਵੇਂ ਆ, ਜੋ ਡਾਇਵਰਜੈਂਸ ਕੱਢਣਾ ਆਪਾਂ, ਡਾਇਵਰਜੈਂਸ ਆਪਾਂ ਕੱਢ ਲਵਾਂਗੇ, ਕੱਢੀ ਹੋਈ ਆ ਡਾਇਵਰਜੈਂਸ ਦੀ। ਹੁਣ ਪਹਿਲਾਂ ਆਪਾਂ ਇਹਦੇ ਵਿੱਚ ਟ੍ਰਿਪਲ ਇੰਟੈਗਰਲ ਦੇ ਜਿਹੜੇ ਪਿੱਛੇ ਕੁਐਸਚਨ ਕਰਦੇ ਸੀਗੇ, ਪਹਿਲਾਂ Z ਵੇਰੀ ਕਰਵਾਉਂਦੇ ਸੀਗੇ ਆਪਾਂ, ਜੇ ਧਿਆਨ ਦੇ ਵਿੱਚ ਹੋਵੇ। ਇੱਧਰ ਆ ਰਿਹਾ ਟ੍ਰਿਪਲ ਇੰਟੈਗਰਲ 'ਚ ਪਹਿਲਾਂ Z ਵੇਰੀ ਕਰਾਉਣਾ, Z ਵੇਰੀ ਕਰਕੇ ਫਿਰ ਡਬਲ ਇੰਟੈਗਰਲ 'ਚ ਕਨਵਰਟ ਹੋ ਜਾਏਗਾ ਕੁਐਸਚਨ। ਅਤੇ ਡਬਲ ਇੰਟੈਗਰਲ 'ਚ ਰੀਜਨ ਕਿੱਦਾਂ ਲੈਣਾ ਹੁੰਦਾ ਸੀ ਆਪਾਂ ਨੇ, ਪ੍ਰੋਜੈਕਸ਼ਨ ਨਾਲ। ਚਲੋ ਦੇਖਦੇ ਹਾਂ ਆਪਾਂ Z ਕਿੱਦਾਂ ਵੇਰੀ ਕਰਾਉਣਾ ਸੀ। Z ਆਪਾਂ ਇੱਦਾਂ ਵੇਰੀ ਕਰਾਇਆ ਸੀ ਕਿ Z ਉੱਪਰ ਨੀਚੇ ਵੇਰੀ ਕਰਦਾ, ਨੀਚੇ Z ਕਿੰਨਾ ਹੋਊਗਾ 0, 0 ਤੋਂ ਲੈ ਕੇ ਇਹ ਪਲੇਨ ਤੱਕ ਜਾਊਗਾ, ਤਾਂ Z ਇਕੁਅਲ 0 ਅਤੇ ਪਲੇਨ ਤੱਕ ਜਾਊਗਾ, ਅਤੇ ਪਲੇਨ ਦੇ ਵਿੱਚੋਂ ਆਪਾਂ Z ਦੀ ਵੈਲਿਊ ਕੱਢ ਲਵਾਂਗੇ, 4 - 2x - 2y। ਤਾਂ Z ਵੇਰੀ ਕਰੇਗਾ ਆਪਣੇ ਕੋਲ 0 ਤੋਂ this, ਅਤੇ ਰੀਜਨ ਆਰ ਕੀ ਸੀ, ਪ੍ਰੋਜੈਕਸ਼ਨ। ਹੁਣ ਇਹਦੀ ਪ੍ਰੋਜੈਕਸ਼ਨ ਕਿਵੇਂ ਲੈਣੀ ਆਪਾਂ ਨੇ, ਇਹਦਾ ਟੌਪ ਵਿਊ ਲੈ ਰਿਹਾ ਥੋੜ੍ਹਾ ਜਿਹਾ, ਆਹ ਟੌਪ ਵਿਊ ਹੈ, ਤਾਂ ਪ੍ਰੋਜੈਕਸ਼ਨ ਆਹ ਬਣੇਗੀ XY ਪਲੇਨ 'ਚ। ਇਹ ਥੋੜ੍ਹਾ ਇੱਦਾਂ ਬਣੀ ਹੋਈ ਹੈ, ਆਹ ਡਾਇਗਰਾਮ ਬਣੇਗੀ XY ਪਲੇਨ ਦੇ ਵਿੱਚ, ਪ੍ਰੋਜੈਕਸ਼ਨ ਮਤਲਬ ਟਰਾਇੰਗਲ ਬਣੇਗਾ XY ਪਲੇਨ ਦੇ ਵਿੱਚ। ਇੱਕ ਤਾਂ x ਇਕੁਅਲ 0 ਹੋਊਗਾ, ਇੱਕ y ਇਕੁਅਲ 0 ਹੋਊਗਾ, ਅਤੇ ਆਹ ਲਾਈਨ ਜਿਹੜੀ ਹੋਊਗੀ ਇਹ ਆਪਾਂ ਪਲੇਨ 'ਚੋਂ ਕੱਢ ਲਵਾਂਗੇ, ਪਲੇਨ ਦੇ ਵਿੱਚ ਆਪਾਂ Z ਖ਼ਤਮ ਕਰ ਦੇਵਾਂਗੇ। ਇਹ ਪਿੱਛੇ ਕਰਦੇ ਕੀਤਾ ਹੋਇਆ ਕੰਮ ਆਪਾਂ ਨੇ। ਉਸ ਤੋਂ ਬਾਅਦ ਇਹ ਆ ਗਿਆ ਆਪਣੇ ਕੋਲ
ਹੁਣ ਰੀਜਨ ਦੀ ਲਿਮਟਾਂ ਕਿਵੇਂ ਲੈਣੀਆਂ ਹੁੰਦੀਆਂ ਇਹ ਆਪਣੇ ਉੱਪਰ ਡਿਪੈਂਡ ਕਰਦਾ, 'ਚ ਵਰਟੀਕਲ ਵੇਰੀਏਸ਼ਨ ਲਈ ਹੋਈ ਆ। ਵਾਈ ਵੇਰੀ ਕਰ ਰਿਹਾ 0 ਤੋਂ ਲੈ ਕੇ 2 - x ਤੱਕ, ਅਤੇ ਓਵਰਆਲ ਐਕਸ ਵੇਰੀ ਕਰ ਰਿਹਾ ਹੈਗਾ, ਓਵਰਆਲ ਐਕਸ ਵੇਰੀ ਕਰ ਰਿਹਾ ਹੈਗਾ 0 ਤੋਂ ਲੈ ਕੇ 2 ਤੱਕ। ਬਸ ਇਹ ਭਰ ਦੇਣੀ, ਇਹਨੂੰ ਸੋਲਵ ਕਰ ਲੈਣਾ, ਉਹ ਆਪਣਾ ਆਨਸਰ ਆ ਜਾਏਗਾ। ਚਲੋ ਇਹ ਐਕਸਰਸਾਈਜ਼, ਇਹ ਟੌਪਿਕ ਧਿਆਨ ਨਾਲ ਸਮਝ ਲਿਓ। ਜੇ ਫਿਰ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਵਟਸਐਪ 'ਤੇ ਪੁੱਛ ਲਿਓ। ਮੈਂ ਟੌਪਿਕ ਉਹੀ ਕੋਸ਼ਿਸ਼ ਤਾਂ ਕੀਤੀ ਹੈਗੀ ਆਪਣੇ ਵੱਲੋਂ ਸਮਝਾਉਣ ਦੀ। ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈਗੀ ਆ, ਖਾਸ ਕਰਕੇ ਸਰਫੇਸ ਇੰਟੈਗਰਲ ਦੇ ਵਿੱਚ, ਬਾਈ ਕੁਐਸਚਨ ਟਰਾਈ ਕਰੋਗੇ ਫਿਰ ਸਮਝ ਆ ਜਾਏਗਾ। ਜੇ ਫਿਰ ਵੀ ਪ੍ਰੋਬਲਮ ਆਉਂਦੀ ਹੈ ਤਾਂ ਪੁੱਛ ਲਿਓ। ਅਤੇ 5D ਐਕਸਰਸਾਈਜ਼ ਤੁਸੀਂ ਸਾਰੀ ਕੰਪਲੀਟ ਕਰਨੀ ਹੈਗੀ। ਥੈਂਕ ਯੂ। ਐਕਸਰਸਾਈਜ਼ 5D ਸਾਰੀ ਕੰਪਲੀਟ ਕਰਨੀ ਹੈ। ਥੈਂਕ ਯੂ।